देश दुनिया च वसदे पंजाबियों को खुशामदीद। मैं हरजिंदर सिंह रंधावा, तुस देख रहे हो पंजाब टैलीविजन और मेरे नाल ने साबका अफसरशाह सरदार हरकेश सिंह सिद्धू। सरदार हरकेश सिंह सिद्धू 3 ਜ਼ਿਲ੍ਹਿਆਂ ਦੇ डिप्टी कमिश्नर रहे और अज तुहाडे नाल रूबरू कराउण लग्या ये ਉਹ अफसर ने ਜਿਹੜੇ रिटायरमेंट तो बाद खूंडी फड़ के ਜਾਂ हत्थ विच डंडा लैके सैर करन नहीं निकले। ये ਉਹ लोग ने ਜਿਹੜੇ ਚਾਹੁੰਦੇ ਸੀ कि ਅਸੀਂ ਜਿਹੜੀ गेम नाल पंजाब ਦੇ हालात इत्थों तक पहुँचते हैं उस गेम ਦੇ ਵਿੱਚ ਵੜ ਕੇ ਉਹਦੇ असूल बदलਣ ਦਾ यतन करिए। ਜਿਹਦੇ अंदर दर्द होऊगा ਉਹ अपनी ਜਿਹੜੀ लग्जरी लाइफ छड्ड के और ਉਹ अपना कंफर्ट जोन छड्ड के बाहर आउंदा है, सियासत ज्वाइन करता है। सो हरकेश सिंह सिद्धू कुछ साल पहला रिटायर होने तो बाद आम आदमी पार्टी ज्वाइन करते ते फिर बदजन हो के घर बह जाते हैं। अज साडे नाल ने इन्हां दे अनुभव जानने का यतन करते हैं। सिद्धू साहब स्वागत है। सत श्री अकाल जी, मेरी सारी संगत नूं, सारे श्रोतिਆਂ ਨੂੰ ਤੇ ਜਿਹੜੇ ਸਾਰੇ ਆਪਣੇ ਦਰਸ਼ਕਾਂ ਨੂੰ बहुत बहुत सत्कार। ते मैनू तुसी अपने सारे संगतां दे नाल सारी अपनी पंजाबियां दे नाल देश विदेश दे विच बैठियां दे नाल रूबरू होण दा मौका दित्ता। मैं तुहाडा सारा दा बहुत सिद्धू साहब ये दस्सिओ कि सियासतदान अफसरां दे उत्ते हावी हो जांदे आ जां अफसर सियासतदानां नूं ये गेम सिखा दिंदे आ जिहड़ी गेम अजकल पंजाब दा नसीब आ? क्योंकि पॉलिटिशियन पहलां तां बड़ा दुध धोता जांदा है ਤੇ ਜਦੋਂ ਸਰਕਾਰ ਦੇ ਅੰਦਰ ਵੜ ਜਾਂਦਾ ਫਿਰ ਉਹ ਆਪਣਿਆਂ ਵੱਲ ਉਸ ਤਰੀਕੇ ਨਾਲ ਨਹੀਂ ਵੇਂਦਾ, ਫਿਰ ਉਹ ਆਪਣੇ ਆਪ ਨੂੰ ਰੱਬ ਸਮਝਣ ਲੱਗ ਪੈਂਦਾ। ਕਿਹੜੀ ਕੰਨ 'ਚ ਫੂਕ ਮਾਰਦੇ ਹੋ ਕਿ ਇੱਥੋਂ ਗਲੀਆਂ ਗੁਲੀਆਂ 'ਚੋਂ ਤੁਰਦਾ ਬੰਦਾ ਚੰਡੀਗੜ੍ਹ ਦੇ ਸੱਤਾ ਦੇ ਗਲਿਆਰਿਆਂ ਦੇ ਵਿੱਚ ਧੌਣ 'ਚ ਕਿੱਲਾ ਫਸਾ ਕੇ ਬਹਿ ਜਾਂਦਾ? ਇਹ ਅਫਸਰਾਂ ਕੋਲ ਕਿਹੜੀ ਘੁੰਡੀ ਆ ਜਿਹੜੀ ਦੱਸਦੇ ਨਹੀਂ? ਤੁਸੀਂ ਬਹੁਤ ਦਿਲਚਸਪ ਸਵਾਲ ਪੁੱਛਿਆ ਹੈ ਤੇ ਮੈਂ ਉਹਨੂੰ ਬੜਾ ਵਿਵੇਕੀ ਦੇ ਨਾਲ ਤੇ सच्चाई मेरी आदत है, चाहे नुकसान भी है मैं सच बोल को ग्रेज नहीं किया लेकिन फिर मैं एक्सेप्ट ही कर लिया सिस्टम ने। मेरी जो बदली कपूरथले तो रंधावा साहब हुई अपना अपना सानू इलैक्शन कमीशन ने बदलता क्योंकि मेरे तो यह कि मैं जो SGP की इलैक्शन लड़ी सी इस करके मैं सैमी पोलिटिकल बंदा जी BP जी कुसुमजीत है ये थोड़ी मेरे खार खादी वजह कारण मैं बदलिया गया। ਤਾਂ ਅਸੀਂ ਬਾਦਲ ਸਾਹਿਬ ਦੀ ਕੋਠੀ ਸਾਨੂੰ ਬੁਲਾਇਆ ਗਿਆ ਜਿਹੜੇ 3 DC ਬਦਲੇ ਸੀਗੇ, ਇੱਕ ਮੋਗੇ ਦਾ, ਇੱਕ ਮੈਂ, ਇੱਕ ਹੋਰ ਸੀਗਾ। ਤੇ ਉਹਨਾਂ ਨੇ ਬੁਲਾਇਆ ਕਿ ਉਹਨਾਂ ਨੇ ਕਿਹਾ ਜੀ ਦੇਖੋ ਅਸੀਂ ਤੁਹਾਨੂੰ ਬਦਲਿਆ, ਤੁਸੀਂ ਸਾਡੀ ਬੰਦੇ ਹੋ ਸਰਕਾਰ ਦੇ, ਤੁਹਾਨੂੰ ਲਾਇਆ ਸੀ, ਹੁਣ ਤੁਹਾਨੂੰ ਕਿੱਥੇ ਲਾਈਏ, ਕੀ ਲਾਈ? ਮੈਂ ਕਿਹਾ ਜੀ ਮੈਨੂੰ ਤੁਸੀਂ ਜੋ ਮਰਜ਼ੀ ਲਾ ਦਿਓ। ਤਾਂ ਮੈਨੂੰ ਪਹਿਲਾਂ ਇਹ ਸੁਨੇਹਾ ਲੱਗਿਆ ਸੀ ਕਿ ਇਹ ਆਪਣੇ ਸਰਦਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਉਹ ਸੰਗਰੂਰ ਜਦੋਂ ਝੰਡਾ ਲਹਿਰਾਉਣ ਆਏ ਸੀ ਕਿ ਮੈਂ ਸੂਰ ਦਾ DC ਸੀ ਤਾਂ ਉਦੋਂ ਮੈਂ ਇੱਕ ਆਰਟੀਕਲ ਵੀ ਲਿਖਿਆ ਸੀਗਾ ਤੇ ਉਹਨੇ ਕਿਤੇ ਪੜ੍ਹਿਆ ਤੇ ਉਹ ਮੇਰੇ ਫੈਨ ਜਿਹੇ ਬਣ ਗਏ ਸੀ। ਉਹਨਾਂ ਨੂੰ ਪਤਾ ਲੱਗਿਆ ਕਿ ਬੰਦਾ ਤਕੜਾ ਹੈ, ਦਮਦਾਰ ਹੈ, ਇਮਾਨਦਾਰ ਹੈ। ਉਹਨਾਂ ਨੇ ਮੈਨੂੰ ਕਿਹਾ ਜੀ ਤੁਹਾਨੂੰ ਕਾਕਾ ਜੀ DC ਲਵਾਉਣਾ, ਤੁਹਾਨੂੰ ਡਾਇਰੈਕਟਰ ਫੂਡ ਸਪਲਾਈ ਲਵਾਉਣਾ ਚਾਹੁੰਦੇ ਨੇ, ਤੁਸੀਂ ਉਹਨਾਂ ਨੂੰ ਜਾ ਕੇ ਉਹਨਾਂ ਨੂੰ ਕੈਰੋ ਪਿੰਡ ਮਿਲੋ। ਉਦੋਂ ਪੂਰੀਆਂ ਧੁੰਦਾਂ ਸੀ ਤੇ ਮੈਂ ਧੁੰਦਾਂ ਦੇ ਵਿੱਚ ਜਾ ਕੇ ਕਪੂਰਥਲੇ ਮੇਰੀ ਰਿਹਾਇਸ਼ ਸੀ, ਮੈਂ ਜਾ ਕੇ ਉਹਨੂੰ 9:30 ਵਜੇ ਰਾਤ ਦੇ ਮਿਲਿਆ। ਤਾਂ ਅਸੀਂ ਦੋਵੇਂ ਇੱਕ ਕਮਰੇ 'ਚ ਬੈਠ ਕੇ ਉਹਨਾਂ ਨੇ ਕਿਹਾ ਜੀ ਜਿੱਥੇ ਅਸੀਂ ਬੈਠੇ ਆ ਇਹ ਮਾਝੇ ਦੀ ਧੁੰਦੀ ਹੈ, ਇਹ ਪੱਟੀ ਤੇ ਇਹ ਆਪਾਂ ਦੋਨੇ ਗੱਲ ਕਰ ਰਹੇ ਹਾਂ। ਇਹ ਦੱਸੋ ਵੀ ਇਸ ਤਰ੍ਹਾਂ ਕਰਕੇ ਮੇਰਾ ਸੁਭਾਅ ਹੈ ਤੇ ਮੈਂ ਚੀਫ ਮਿਨਿਸਟਰ ਦਾ ਜੁਆਇਨ ਆ ਤੇ ਚੀਫ ਮਿਨਿਸਟਰ ਦਾ ਪੋਤਾ। ਮੈਂ ਕਿਹਾ ਜੀ ਠੀਕ ਹੈ ਤੇ ਜੀ ਮੇਰਾ ਸੁਭਾਅ ਇਹ ਹੈ ਕਿ ਮੈਂ ਪੈਸੇ ਨਹੀਂ ਖਾਂਦਾ, ਠੱਗੀ ਨਹੀਂ ਮਾਰਦਾ, ਗਲਤ ਗੱਲ ਨਹੀਂ ਕਰਦਾ, ਸਹੀ ਗੱਲ ਤੇ ਮੈਂ ਅੜ ਜਾਨਾ ਜੀ। ਤੇ ਕੰਮ ਮੈਂ 16 ਜਾਂ 17 ਨੇ ਮੈਂ ਕੰਮ ਕਰੂੰਗਾ ਜੀ, ਮੇਰਾ ਕਿਰਦਾਰ ਹੈਗਾ। ਕਹਿੰਦੇ ਉਹ ਮੈਨੂੰ ਪਤਾ ਹੈ। ਉਹ ਮੈਨੂੰ ਕਹਿੰਦੇ ਜੀ ਜਿੱਥੋਂ ਸ਼ੁਰੂ ਤੁਸੀਂ ਤਾਂ ਗੱਲ ਕਰਦਾ ਕਿ ਜੀ ਤੁਸੀਂ ਇਹ ਦੱਸੋ ਤੁਹਾਡੀ ਰਿਟਾਇਰਮੈਂਟ ਕਦੋਂ ਹੈ? ਮੈਂ ਕਿਹਾ ਜੀ ਮੇਰੀ ਰਿਟਾਇਰਮੈਂਟ ਹੈਗੀ 2014 'ਚ। ਕਹਿੰਦੇ ਕੋਈ ਆਪਣੀ ਸਰਕਾਰ ਅੱਗੇ ਵੀ ਆਊਗੀ, ਇਹ 12 ਦੀ 11 ਦੀ ਗੱਲ ਹੈ ਕਿ 12  'ਚ ਆਪਣੀ ਸਰਕਾਰ ਆਊਗੀ, ਤੁਸੀਂ ਫਿਰ ਕੀ ਲੱਗਣਾ ਚਾਹੋਗੇ ਉਸ ਤੋਂ ਬਾਅਦ? ਇਹ ਸਵਾਲ ਸੀ ਉਹਨਾਂ ਦਾ। ਰਿਟਾਇਰਮੈਂਟ ਤੋਂ ਬਾਅਦ ਕੀ ਲੱਗਣਾ ਚਾਹੋਗੇ? ਪੋਲਿਸੀ ਕਮਿਸ਼ਨ ਦੇ ਮੈਂਬਰ ਲੱਗਣਾ ਚਾਹੋਗੇ ਜਾਂ ਤੁਸੀਂ RTI ਕਮਿਸ਼ਨ ਲੱਗਣਾ ਚਾਹੋਗੇ ਜਾਂ ਕੋਈ ਹੋਰ ਤੁਹਾਡੇ ਮਨ 'ਚ ਆਇਆ ਜਿਹੜੀ ਰਿਟਾਇਰਮੈਂਟ ਤੋਂ ਬਾਅਦ ਦੀ ਪੋਸਟ? ਮੈਂ ਕਿਹਾ ਜੀ ਮੈਂ ਤਾਂ ਸਰਪੰਚ ਰਿਹਾ, ਮੈਂ SGP ਦੀ ਇਲੈਕਸ਼ਨ ਲੜਿਆ ਹੋਇਆ, ਮੈਂ ਤਾਂ ਪੋਲਿਟਿਕਸ ਜਾਊਂਗਾ। ਉਹਨਾਂ ਨੇ ਮੈਨੂੰ ਅੱਗੇ ਕੋਈ ਸਵਾਲ ਨਹੀਂ ਪੁੱਛਿਆ ਤੇ ਗੱਲ ਮੁੱਕ ਗਈ ਉੱਥੇ। ਮਤਲਬ ਉਹਨਾਂ ਦੀ ਜਿਹੜੀ ਬੁਰਕੀ ਸੀਗੀ ਉਹ ਮੈਂ ਚੁੱਕੀ ਨਹੀਂ, ਆਪਣੀ ਗੱਲ ਕਰਤੀ, ਮੇਰੀ ਪੋਸਟਿੰਗ ਹੋ ਗਈ। ਉਸ ਤੋਂ ਬਾਅਦ ਕੀ ਹੋਇਆ ਜਦੋਂ ਬਦਲੀਆਂ ਹੋਣੀਆਂ ਹੋਰ ਹੋਣੀਆਂ ਸਾਰੀਆਂ ਗੱਲਾਂ ਹੋਣੀਆਂ, ਮੇਰਾ ਇਹ ਸੀ ਕਿ ਜਿਹੜਾ ਮੰਤਰੀ ਜੀ ਨੇ ਕਹਿੰਦਾ ਉਹ ਕੰਮ ਕਰਦਾ, ਨਹੀਂ ਕਿਹਾ ਉਹ ਕਿਸੇ ਹੋਰ ਨੇ ਕਿਹਾ ਉਹ ਕਰ ਦੋ। ਆਪਾਂ ਆਪਣਾ ਬੜਾ ਸਪਸ਼ਟ ਕੰਪਨੀ ਦੇ DFS ਦੀ ਬਦਲੀ ਕੇ ਹੋਰ ਕਰਤੀ। ਤਾਂ ਉਹਨੇ ਆਪਣਾ ਇੱਕ ਜਿਹੜੀ ਹੁਣ ਤਾਂ ਮੰਡੀਆਂ 4000 ਦੇ ਨੇੜੇ ਹੋ ਗਈਆਂ, ਉਦੋਂ 1675 ਸੀਗੀਆਂ। 1675 ਮੰਡੀਆਂ ਦਾ ਜਿਹੜਾ ਸੀਗਾ ਆਪਣਾ ਕੰਪਿਊਟਰਾਈਜ਼ੇਸ਼ਨ ਕਰਨ ਦੀ ਡਾਟਾ ਉਹ ਉਹਨਾਂ ਦਾ ਉਹ ਚੱਲ ਰਿਹਾ ਸੀ ਪ੍ਰੋਸੈਸ। ਉਹਦਾ ਥੀਮ ਇਹ ਸੀ ਕਿ ਜੀ ਇਹ ਭਾਰ ਦੇ ਮੁਤਾਬਕ ਹੋਊਗਾ ਕਿ ਕਿੰਨੇ 80 ਪੈਸੇ ਕੁਆਂਟਲ ਦੇ ਮੁਤਾਬਕ ਇਹਦਾ ਰੇਟ ਹੋਊਗਾ ਤੇ ਡਾਟਾ ਫੀਡਿੰਗ ਦਾ। ਮੈਂ ਕਿਹਾ ਜੀ ਮੈਂ ਕੰਪਿਊਟਰ ਦਾ ਤਾਂ ਬੰਦਾ ਹੈ ਨਹੀਂ, ਮੈਨੂੰ ਆਉਂਦਾ ਨਹੀਂ,
ਤੇ ਲੇਕਿਨ ਇਹ ਹੈ ਕਿ ਕਾਮਨ ਸੈਂਸ ਜਿਹੜੀ ਹੈ ਬੇਸਿਕਲੀ ਆਈਐਸ ਅਫਸਰ ਨੂੰ ਸਪੋਜ਼ ਟੂ ਵੀ, ਤੇ ਮੈਂ ਕਿਹਾ ਜੀ ਇਹ ਨਾ ਐਂਟਰੀ ਦੇ ਹਿਸਾਬ ਨਾਲ ਹੋਣਾ ਚਾਹੀਦਾ ਹੈ ਵੀ ਇੱਕ ਐਂਟਰੀ ਤੇ ਕਿੰਨੇ ਪੈਸੇ, ਰੁਪਈਆ 2 ਰੁਪਏ ਕਰ ਦੋ। ਮੈਂ ਕਿਹਾ ਜੀ ਜੇ ਇੱਕ 10 ਕੁਆਂਟਲ ਕਣਕ ਆ ਗਈ ਤਾਂ ਉਹਦਾ ਤਾਂ ਉਹਨੂੰ 80 ਰੁਪਏ ਮਿਲ ਗਏ, ਜੇ 2000 ਕੁਆਂਟਲ ਕਣਕ ਆ ਗਈ ਤਾਂ ਉਹਨੂੰ ਬਹੁਤ 90 ਰੁਪਏ ਐਂਟਰੀ ਕੀ ਪੈਣੀ ਆ, ਉਹਨੇ ਨਾ ਤਾਂ ਉਹੀ ਹੋਣਾ, ਸਾਰਾ ਕੁਝ ਹੀ ਹੋਣਾ। ਉਹ ਨਹੀਂ ਜੀ ਅਸੀਂ ਸਾਰਾ ਕੁਝ ਕੀਤਾ, ਇਸ ਗਲਤੀ ਤੇਰਾ ਜਿਹੜਾ ਸੀ ਨਾ ਉਹਦਾ ਨਾਲ ਤਕਰੀਬਨ ਕਰੂਰਾ ਹਿੱਲ ਗਿਆ। ਤੇ ਮੈਂ ਕਦੇ ਉਹਨਾਂ ਨੂੰ ਭੇਜਦਾ ਹੋਰ ਉਸ ਚੀਫ ਦੇ ਜੁਆਈ ਸੀਗੇ। ਇੱਕ ਇਹ ਸੀਗੇ ਫੂਡ ਸਪਲਾਈ ਡਿਪਾਰਟਮੈਂਟ ਜਿਹੜਾ ਸੀਗਾ ਉਹ ਸਾਰੇ ਪੰਜਾਬ ਦੇ ਅਫਸਰਾਂ ਦੇ ਵਿੱਚ ਉੱਥੇ ਸਿਸਟਮ ਦੇ ਵਿੱਚ ਇਹ ਸੀ ਕਿ ਇਟ ਇਜ਼ ਡਿਪਾਰਟਮੈਂਟ ਆਫ ਫੂਡ ਸਪਲਾਈ ਰਿਪਬਲਿਕ, ਕਿ ਰਿਪਬਲਿਕ ਹੈਗੀ ਆ, ਇਹਦੇ ਕਿਸੇ ਹੋਰ ਦਾ ਸੁਖਵੀਰ ਦਾ ਹੋਰ ਕਿਸੇ ਦਾ ਕੋਈ ਦਖਲ ਨਹੀਂ। ਉਹ ਆਪਣੀ ਫਾਈਲ ਕਸ਼ਟ ਲੈ ਕੇ ਜਾਂਦੇ ਸੀਗੇ, ਉਹ ਜਦੋਂ ਜਾਂਦੇ ਸੀਗੇ ਬਾਦਲ ਸਾਹਿਬ ਦੀ ਕੋਠੀ, ਉਹ ਮਿਨਿਸਟਰ ਨਹੀਂ ਸੀ ਜਾਂਦੇ, ਉਹ ਜੁਆਈ ਜਾਂਦੇ ਸੀ ਐਂਡ ਉਹਨਾਂ ਨੂੰ ਉਹਨੇ ਉਹ ਸਤਿਕਾਰ ਦਿੰਦੇ ਸੀ। ਉਹ ਕਰਕੇ ਪਾਪਾ ਜੀ ਆਏਗਾ ਨਾ ਕਹਿੰਦੇ ਹੀ ਵੁੱਡ ਡੂ ਇਟ। ਤੇ ਇਸ ਕਰਕੇ ਸਾਰੇ ਬੰਦੇ ਫਿਰ ਉਹਨਾਂ ਮੈਨੂੰ ਗੱਲ ਕਹੀ ਕਿ ਜੀ ਮੇਰੀ ਸਕੀਮ ਦੇ ਵਿੱਚ ਇੱਕ ਡਿਪਟੀ ਕਮਿਸ਼ਨਰ, ਇੱਕ ਚੀਫ ਸੈਕਟਰੀ, ਇਹ ਕਿਤੇ ਫਿੱਟ ਨਹੀਂ ਹੁੰਦੇ। ਮੈਂ ਕਿਹਾ ਜੀ ਆਪਾਂ ਜਦੋਂ ਸਟੇਟ ਲੈਵਲ ਤੇ ਕੋਈ ਡਾਇਰੈਕਸ਼ਨ ਜਾਰੀ ਕਰੋ, ਸਾਰੇ ਅਫਸਰਾਂ ਦੀ ਮੀਟਿੰਗ ਕਰਦੇ, ਉੱਥੇ ਚੀਫ ਸੈਕਟਰੀ ਆਉਂਦਾ ਹੈ, ਜਿੱਥੇ ਕਿਤੇ ਜ਼ਿਲ੍ਹੇ ਲੈਵਲ ਤੇ ਆਪਾਂ ਨੇ ਕੁਝ ਕਰਨਾ ਜੀ, ਕਹਿੰਦੇ ਆਪਣੀ ਸਕੀਮ ਫਿੱਟ ਨਹੀਂ ਆਉਂਦੀ। ਚਲੋ ਉਹਨਾਂ ਨੇ ਆਪਣੇ ਡਿਪਾਰਟਮੈਂਟ ਦੇ ਫੂਡ ਜਿਹੜੇ ਡਿਪਟੀ ਡਾਇਰੈਕਟਰ ਵਗੈਰਾ ਸੀਗੇ, ਜਿਹੜੇ ਟੈਂਡਰ ਵਗੈਰਾ ਸੀਗੇ ਲੇਬਰ ਦੇ, ਟਰਾਂਸਪੋਰਟ ਦੇ, ਜਿਹੜੀ ਅੱਗੇ ਮੈਂ ਜਾ ਕੇ ਇਹ ਬਹੁਤ ਵੱਡਾ ਜਿਹੜਾ 31 ਜਿਹੜਾ ਤੁਸੀਂ ਪੜ੍ਹਦੇ ਵੀ 31,000 ਕਰੋੜ ਦਾ ਘਪਲਾ ਹੋ ਗਿਆ। ਇਹ ਬੇਸਿਕਲੀ ਟਰਾਂਸਪੋਰਟ ਦੇ ਟੈਂਡਰ ਦਾ ਹੈਗਾ, ਇਹ ਬੇਸਿਕਲੀ ਲੇਬਰ ਦੇ ਟੈਂਡਰ ਦਾ ਹੈਗਾ, ਜਿਹਨੂੰ ਤੁਸੀਂ ਡਾਲਾ ਸਿਸਟਮ ਕਹਿੰਦੇ ਉਸ ਦਾ ਹੈਗਾ। ਤੇ ਕਈ ਤਾਂ ਇਹ ਸੀਗੇ ਕਿ ਜੇ ਤੁਸੀਂ ਸਮਾਣੇ ਮੰਡੀ ਤੋਂ ਤੁਸੀਂ ਪਟਿਆਲੇ ਦਾ ਟੈਂਡਰ ਲੈਣਾ ਹੈ ਤਾਂ ਦਾ ਟੈਂਡਰ ਹੈ ਉਹਦਾ ਤੁਹਾਡਾ ਹੋਇਆ ਸਮਾਣਾ ਤੋਂ ਪਟਿਆਲਾ ਤੋਂ ਹੋਇਆ 2500 ਦਾ ਮਸਾਲੇ ਤੋਂ ਟਰੱਕ ਦਾ। ਜੇ ਸਨੌਰ 8 ਕਿਲੋਮੀਟਰ ਜੇ ਸਨੌਰ ਤੋਂ ਪਟਿਆਲੇ ਦਾ ਹੈ ਉਹ ਹੈਗਾ ਆਪਣਾ 3500 ਦਾ। ਅੱਛਾ, ਫਿਰ ਫੂਡ ਸਪਲਾਈ ਦਾ ਰੇਟ ਵੱਖਰਾ, ਮਾਰਕਫੈਡ ਦਾ ਵੱਖਰਾ, ਪਨਸਪ ਦਾ ਵੱਖਰਾ, ਵੇਅਰਹਾਊਸ ਦਾ ਵੱਖਰਾ। ਜਦੋਂ ਅਸੀਂ ਦਿੱਲੀ ਗਏ ਉਹਨਾਂ ਕੋਲੇ ਜਾ ਕੇ ਦਿੱਲੀ ਵਾਲਿਆਂ ਨਾਲ ਗੱਲ ਕੀਤੀ ਵੀ ਸਾਡੇ ਆ ਪੈਸੇ ਦਾ ਜਿਹੜਾ ਲੈਣ ਦੇਣਾ ਇਹਨੂੰ ਕਰੋ। ਉਹਨਾਂ ਸੁਣ ਕੇ ਅਸੀਂ ਕਿਹਾ ਜੀ ਸਾਡੀ ਜ਼ਮੀਨ ਜਿਹੜੀ ਸੀ ਆਪਣੀ ਉਹ ਵੀ ਨਸ਼ਈ ਕਰ ਲਈ, ਅਸੀਂ ਬੰਦੇ ਵੀ ਨਸ਼ਈ ਕਰ ਲਏ, ਬੰਦੇ ਸਾਡੇ ਮਰ ਰਹੇ ਨੇ, ਪਾਣੀ ਸਾਡਾ ਖਰਾਬ ਕਰ ਲਿਆ ਤੇ ਤੁਸੀਂ ਸਾਨੂੰ ਨਖਰੇ ਕਰ ਦਿਓ। ਉਹ ਕਹਿੰਦੇ ਤੁਹਾਡੀ ਕਣਕ ਦੀ ਸਾਨੂੰ ਲੋੜ ਨਹੀਂ, ਤੁਹਾਡੀ ਜਿਹੜੀ ਖਰਚੇ ਨੇ ਕਣਕ ਦੇ ਉਹ ਇੰਨੇ ਜ਼ਿਆਦਾ ਨੇ, ਉਹ ਬਾਕੀ ਸਟੇਟਾਂ ਨੂੰ ਸਾਨੂੰ ਤਾਂ ਇੰਟਰਨੈਸ਼ਨਲ ਪੱਧਰ ਤੇ ਕਣਕ ਸਸਤੀ ਮਿਲਦੀ ਆ। ਤੇ ਫਿਰ ਕਿਹਾ ਕਿ ਤੁਹਾਡੇ ਮੈਨੂੰ ਕਿਹਾ ਜੀ ਆਹ ਦੇਖੋ ਤੁਹਾਡੇ ਤੇ ਜਿਹੜੇ ਤੁਹਾਡੀ ਤੁਸੀਂ ਹਿਸਾਬ ਕਿਤਾਬ ਲੈ ਕੇ ਆਓ ਇਹਨਾਂ ਨੂੰ ਜੋੜਨ ਵਾਸਤੇ, ਇਹ ਹਿਸਾਬ ਦੇ ਵਿੱਚ ਤੁਸੀਂ ਦੱਸ ਦਿਓ ਕਿ ਇਹ ਇੱਕ ਸ਼ਹਿਰ ਦੇ ਵਿੱਚੋਂ ਦੂਜੇ ਸ਼ਹਿਰ ਦੇ ਵਿੱਚ ਰੇਟ ਟਰੱਕਿੰਗ ਸੇਮ ਹੋਣਾ ਚਾਹੀਦਾ। ਮੈਂ ਕਿਹਾ ਹੋਣਾ ਚਾਹੀਦਾ ਕਿ ਇਹ ਫਿਰ ਜਿਹੜਾ ਹੈਗਾ ਉਹ ਜਿਹੜਾ ਘੱਟ ਫਾਸਲੇ ਵਾਲਾ ਹੈ ਉਹ ਤੇ ਘੱਟ ਵੱਧ ਤੇ ਵੱਧ ਹੁੰਦਾ ਹੈ। ਹਾਂ, ਤੇ ਫਿਰ ਅਸੀਂ ਦੁਬਾਰੇ ਆ ਕੀਤੀ, ਉਹ ਸਾਡੇ ਹਿਸਾਬ ਕਿਤਾਬ ਜੇ ਮਿਲਾਏ ਅਸੀਂ ਚੀਰਾ ਖੱਡਾ ਦਾ ਕਰਕੇ ਠੇਕੇ ਤੇ ਜਿਹੜੇ ਕੋਈ ਲੈ ਕੇ ਆਪਣੇ ਕੁਛ ਨਹੀਂ ਬਣ ਸਕਿਆ ਉਹ ਤੱਕ ਰੌਲਾ ਪਾਉਂਦੇ ਫਿਰਦਾ ਹੈ। ਉਹ ਕਹਿੰਦੇ ਬੱਟੇ ਖੱਤੇ ਪਾ ਦਿਓ ਜੀ, ਉਹ ਕਹਿੰਦੇ ਅਸੀਂ ਕਰਦੇ ਹਾਂ। ਮਤਲਬ ਇਹ ਬੇਸਿਕਲੀ ਰੌਲਾ ਹੈ ਕਿ ਜਿਹੜੇ ਲੈ ਗਏ ਉਹ ਖਾ ਗਏ ਠੇਕੇ ਠੂਕੇਦਾਰ ਸਾਰੇ ਪੋਲੀਟੀਕਲ ਬੰਦਿਆਂ ਤੋਂ, ਉਹਦੇ 'ਚ ਐਮਐਲਏ ਬਣ ਗਏ, ਐਮਪੀ ਬਣ ਗਏ। ਇਹ ਜਿਹੜੇ ਸੀ ਟੈਂਡਰਾਂ ਦਾ ਕੰਮ ਬਹੁਤ ਵੱਡਾ ਇਹ ਘਪਲਾ ਬਣ ਗਿਆ। ਉਹ ਕਹਿੰਦੇ ਇੱਥੇ ਬੜੀ ਵੱਡੀ ਆਮਦਨ ਹੁੰਦੀ ਹੈ, ਫਿਰ ਆਪਣੇ ਬੰਦਿਆਂ ਨੂੰ ਬਲਾਈਵ ਕਰਨ ਲੱਗੇ, ਹੋਰ ਕਰਨ ਲੱਗੇ। ਸੋ ਪਹਿਲੇ ਜਿਹੜੀ ਮੈਨੂੰ ਬੁਰਕੀ ਸਿਟੀ ਸੀ ਕਿ ਤੂੰ ਪਬਲਿਕ ਕਮਿਸ਼ਨ ਦਾ ਮੈਂਬਰ ਬਣਨਾ ਹੈ ਜਾਂ ਬਣਨਾ, ਮੈਂ ਕਿਹਾ ਜੀ ਮੈਂ ਨਹੀਂ ਬਣਨਾ, ਮੈਂ ਉਹ ਚੁੱਕੀ ਨਹੀਂ। ਫਿਰ ਉਸ ਤੋਂ ਬਾਅਦ ਮੈਂ ਢੀਂਡ ਸਾਹਿਬ ਨੂੰ ਕਿਹਾ ਜੀ ਮੇਰੀ ਉੱਥੇ ਨਿਯੁਕਤੀ ਮੇਰੀ ਬਦਲੀ ਕਰਾ। ਫਿਰ ਉਹਨਾਂ ਨੇ ਕੀ ਕੀਤਾ, ਜਦੋਂ ਉਹਨਾਂ ਨੂੰ ਢੀਂਡ ਸਾਹਿਬ ਨੇ ਦੱਸਿਆ ਬਾਲ ਸਾਹਿਬ ਨੂੰ ਕਿ ਜੋ ਮੁੰਡਾ, ਉਹ ਕਹਿੰਦੇ ਅੱਛਾ ਤਾਂ ਆਪ ਹੀ ਉਹਨਾਂ ਦਾ ਬੜਾ ਰਾਬਤਾ ਸੀਗਾ। ਉਹਨਾਂ ਨੇ ਫਿਰ ਸੀਐਮ ਨੂੰ ਕਿਹਾ ਕਿ ਜੀ ਇਹ ਤਾਂ ਬੜਾ ਮਾੜਾ ਬੰਦਾ ਜੀ, ਇਹ ਤਾਂ 5-7 ਹਾਈ ਕੋਰਟ ਜੱਜਾਂ ਦੇ ਵਾਸਤਾ ਦੇ ਤੇ ਗਵਰਨਮੈਂਟ ਦੇ ਖਿਲਾਫ ਉਹ ਕੇਸ ਕਰਾ ਦੋ। ਉਹ ਕਰ ਅਲਟੀਮੇਟਲੀ ਉਹਨਾਂ ਨੇ ਕਹਿ ਕੇ ਬਦਲ ਦੋ। ਫਿਰ ਉਹਨੇ ਕਿਹਾ ਕਿ ਖੁੱਡੇ ਲੈ ਲਾ ਕਿ ਫਿਰ ਮੇਰੀ ਪਬਲਿਕ ਹੈਲਥ ਦੇ ਵਿੱਚ ਬਦਲੀ ਹੋਈ ਸਪੈਸ਼ਲ ਸੈਕਟਰੀ। ਫਿਰ ਪੁੱਛਿਆ ਜੀ ਅੱਧੇ ਘੰਟੇ ਬਾਅਦ ਪੁੱਛਿਆ ਜੀ ਕਿੱਥੇ ਲਾਇਆ, ਉਹਨਾਂ ਨੇ ਕਿਹਾ ਜੀ ਇਹਨੂੰ ਅਸੀਂ ਪਬਲਿਕ ਹੈਲਥ 'ਚ ਲਾਇਆ। ਨਹੀਂ ਜੀ ਉਹ ਤਾਂ ਜੀ ਉਸ ਤਾਂ ਜੀ ਉਸ ਤਾਂ ਫਿਰ ਕੰਮ ਖਰਾਬ ਕਰੂ। ਫਿਰ ਲਾਇਆ ਜਿੱਥੇ ਪੋਸਟ ਹੈ ਨਹੀਂ ਸੀ ਕੋਈ, ਆਪਣਾ ਐਡੀਸ਼ਨਲ ਡਾਇਰੈਕਟਰ ਆਪਣੇ ਮਹਾਤਮਾ ਗਾਂਧੀ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ, ਜਿੱਥੇ ਜਿਹੜੇ ISPC ਅਫਸਰ ਤੇ ਹੋਰ ਅਫਸਰ ਨੂੰ ਟ੍ਰੇਨਿੰਗ ਦਿੰਦੇ ਨੇ। ਫਿਰ ਮੈਂ ਉੱਥੇ ਸਾਲ ਪਰ ਲਾਇਆ, ਬਾਹਰ ਦੀ ਛੱਤ ਯਾਤਰਾ ਯੂਤਰਾ ਕਰਕੇ ਆਏ। ਸੋ ਪਹਿਲੀ ਬੁਲਕੀ ਜਿਹੜੀ ਸੀ ਮੈਂ ਉੱਥੇ ਨਹੀਂ ਚੁੱਕੀ। ਫਿਰ ਕੀ ਹੋਇਆ, ਟੰਡਨ ਸਾਹਿਬ ਜਿਹੜੇ ਸੀ 1998 'ਚ ਮੈਂ ਇੱਥੇ ਕਮਿਸ਼ਨ ਲੱਗਿਆ ਸੀਗਾ, ਬੜੇ ਕੰਮ ਕੀਤੇ। ਟੰਡਨ ਨੇ ਮੈਨੂੰ ਬੁਲਾਇਆ, ਕਾਕਾ ਬੇਟਾ ਤੂੰ ਬਹੁਤ ਚੰਗਾ ਬੰਦਾ ਹੈ, ਮੈਂ ਤੈਨੂੰ ਬਹੁਤ ਪਿਆਰ ਕਰਦਾ, ਸਾਰੇ ਸ਼ਹਿਰ ਤੁਹਾਡੀ ਬੜੀ ਮਹਿਮਾ ਹੈ, ਲੇਕਿਨ ਸਾਡੇ ਜਿਹੜੇ ਵਰਕਰ ਨੇ ਉਹ ਤੁਹਾਡੇ ਤੋਂ ਖੁਸ਼ ਨਹੀਂ ਹਨ, ਇਹਨਾਂ ਨੂੰ ਥੋੜਾ ਉਹ ਕਰਕੇ ਰੱਖੋ ਤਾਂ ਅੱਗੇ ਇਲੈਕਸ਼ਨ ਆ ਰਹੀ ਹੈ, ਹੋਰ ਕਰਨਾ ਹੈ। ਮੈਂ ਜੀ ਤੁਹਾਡੇ ਵਰਕਰ ਹੈ ਬਹੁਤ ਛੋਟੇ ਛੋਟੇ ਹਰਕਤਾਂ ਕਰਦੇ ਨੇ, ਵੱਡਾ ਕੰਮ ਕਰਦੇ ਨਾ ਕਰਨ ਦਿੰਦੇ ਨੇ। ਉਹ ਕਹਿੰਦੇ ਸਾਨੂੰ ਘਰੋਂ ਆ ਕੇ ਪੁੱਛ ਕੇ ਜਾਓ ਤਾਂ ਅਸੀਂ ਇਹ ਆਪਣੀ ਉਹ ਚਾਹੁੰਦੇ ਨੇ ਕੰਮ ਕਮਿਸ਼ਨ ਕਰੇ ਤੇ ਸਾਡੇ ਚੱਲੇ। ਮੈਂ ਜੀ ਇਹ ਨਹੀਂ ਹੋ ਸਕਦਾ, ਜਿਹੜਾ ਕੰਮ ਨਾਲੀਆਂ ਗਲੀਆਂ ਪਾਣੀ ਵਾਟਰ ਸਪਲਾਈ ਇਹ ਸਾਰੇ ਕੰਮ ਉਹਨੂੰ ਦੱਸਦੇ ਇੱਥੇ ਕਰਨਾ ਕਰੂੰਗਾ, ਪਰ ਠੇਕੇਦਾਰ ਦੀ ਪੇਮੈਂਟ ਕਰ ਦੂੰ, ਇਹਦੀ ਨਾ ਕਰੋ, ਇਹਨੂੰ ਹਟਾ ਦਿਓ, ਉਹਨੂੰ ਇੱਥੋਂ ਦੀ ਸੀਟ ਬਦਲ। ਮੈਂ ਕੰਮ ਲੈਣਾ ਜੀ, ਸੀਟਾਂ ਬਦਲਣਾ ਕੰਮ ਉਹਨਾਂ ਦਾ ਥੋੜ੍ਹਾ ਤੁਹਾਡੇ ਬੰਦੇ ਨਾਲ। ਉਸ ਗੱਲ ਤੇ ਫਿਰ ਜਿਹੜਾ ਸੀ ਮੇਰਾ ਉਹਨਾਂ ਨਾਲ ਆਇਆ। ਫਿਰ ਮੈਨੂੰ 3 ਦਿਨਾਂ ਬਾਅਦ ਉਹ ਬੰਦੇ ਸੀਐਮ ਸਾਹਿਬ ਨੂੰ ਮਿਲਣ ਚਲੇ ਗਏ, ਕੈਪਟਨ ਕਮਲਜੀਤ ਸਿੰਘ ਪਟਿਆਲੇ ਆਏ। ਉਹ ਮੈਨੂੰ ਕਹਿੰਦੇ ਯਾਰ ਤੂੰ ਸਾਡਾ ਬੰਦਾ ਬਹੁਤ ਚੰਗਾ ਬੰਦਾ ਸਿੱਧੂ, ਤੇ ਤੂੰ ਇਹਨਾਂ ਨੂੰ ਬੜਾ ਦਬਕਾ ਮਾਰ ਦਿੰਦਾ। ਇਹ ਫਿਰ ਕਹਿੰਦਾ ਉੱਥੇ ਚਲੇ ਜਾਂਦੇ ਨੇ, ਮੈਨੂੰ ਸੀਐਮ ਸਾਹਿਬ ਕਹਿੰਦੇ ਯਾਰ ਉਹ ਸਮਝਾਓ ਮੁੰਡੇ ਨੂੰ।
ਤੇ ਕਹਿੰਦਾ ਯਾਰ ਮੈਂ ਤੈਨੂੰ ਗੱਲ ਕਹਿਣਾ ਕਿ ਤੂੰ ਨਾ 6 ਮਹੀਨੇ ਇਲੈਕਸ਼ਨ 'ਚ ਰਹਿ ਗਏ ਸਾਲ, ਤੂੰ 6 ਮਹੀਨੇ ਆਪਣੀ ਜ਼ਮੀਰ ਮਾਰ ਲੈ ਯਾਰ। ਮੈਂ ਇੱਕ ਤਾਂ ਉਹਦੇ ਨਾਲ ਬੈਠਾ ਸੀ ਲੱਗਿਆ ਜਮਾ, ਮੈਂ ਖੜਾ ਹੋ ਗਿਆ, ਮੈਂ ਸਰਦਾਰ ਸਾਹਿਬ ਮੈਂ ਨਾ ਨੌਕਰੀ ਕਰਦੀ ਇੱਛਾ ਮੇਰੀ ਨਾ ਉਹ ਕਮਿਸ਼ਨ ਰਹਿਣ ਦੀ, ਮੈਂ ਜ਼ਮੀਰ ਨਹੀਂ ਮਾਰਦੀ, ਜੇ ਇੱਕ ਵਾਰੀ ਜ਼ਮੀਰ ਮਾਰ ਕੇ ਜਿਉਂਦੀ ਨਹੀਂ ਹੋਣੀ। ਉਹਨੇ ਮੈਨੂੰ ਉਹ ਕਹਿੰਦਾ ਯਾਰ ਬਹਿ ਜਾ, ਮੈਨੂੰ ਪਤਾ ਤਿਲਕੇਗਾ, ਬਹਿ ਜਾ। ਮੈਂ ਜੀ ਮੇਰੀ ਬਦਲੀ ਕਰ ਦੋ, ਓਕੇ, ਤੀਜੇ ਦਿਨ ਮੇਰੀ ਬਦਲੀ ਹੋਊਗੀ ਆਪਾਂ। ਅੱਛਾ, ਤੇ ਫਿਰ ਉਦੋਂ ਬਾਅਦ ਮੈਂ ਫਿਰ ਕਮਿਸ਼ਨ ਲੱਗਿਆ। ਮੈਂ ਉਹਨਾਂ ਨੂੰ ਕਿਹਾ ਮੈਂ ਕਮਿਸ਼ਨ ਆਪਣੇ ਕੈਪਟਨ ਸਾਹਿਬ ਮੈਂ ਬਦਲ ਦੁਬਾਰੇ 2008 ਚ ਕਮਿਸ਼ਨ ਤਾਂ ਲੱਗ ਗਿਆ, ਪਰ ਜ਼ਮੀਰ ਮੇਰੀ ਜਿਉਂਦੇ, ਜੇ ਜ਼ਮੀਰ ਮਾਰਨ ਤੋਂ ਬਿਨਾਂ ਤਾਂ ਮੈਂ ਮਰ ਗਿਆ। ਸੋ ਜ਼ਮੀਰ ਜਿਉਂਦੀ ਰੱਖੀ ਹੈ ਜੀ, ਜਿੱਥੇ ਕਿਤੇ ਵੀ ਮੇਰਾ ਆਇਆ ਉੱਥੇ। ਹਾਂ, ਮੈਂ ਟੌੜਾ ਸਾਹਿਬ ਦੇ ਬੜਾ ਨੇੜੇ ਸੀਗਾ, ਜਦੋਂ ਟੌੜਾ ਸਾਹਿਬ ਨਾਲ 98 ਚ ਇਹਨਾਂ ਦਾ ਹੋ ਗਿਆ ਸੀਗਾ ਆਪ 99 ਵਿੱਚ, ਉਦੋਂ ਬਾਅਦ ਫਿਰ ਸਾਰੇ ਬੰਦੇ ਜਿਹੜੇ ਉੱਥੇ ਛੋਟੇ ਚੂਹੇ ਜਿਹੜੇ ਸੀ ਨਾ, ਉਹ ਕੰਨ ਖਿੱਚਣ ਲੱਗ ਗਏ, ਹੋਤਣ ਲੱਗ ਗਏ ਵੀ ਹੁਣ ਦਬਾ ਲਈਏ। ਮੈਂ ਜੀ ਆਪਾਂ ਦਬਣਾ, ਆਪਾਂ ਬਦਲ ਜਾਵਾਂਗੇ, ਮੈਂ ਦਬਾਉਣਾ ਅਣਖਾਂ ਨਾਲ ਨੌਕਰੀ ਕਰਨੀ ਹੈ, ਉਹਦੀ ਤਨਖਾਹ ਉਹਨਾਂ ਸਾਰਾ ਕੁਝ ਮਿਲਣਾ ਹੈਗਾ। ਲੇਕਿਨ ਨੁਕਸਾਨ ਇਹ ਹੁੰਦਾ ਸੀਗਾ ਕਿ ਜਦੋਂ ਮੈਂ ਬਦਲ ਜਾਂਦਾ ਸੀਗਾ, ਬੜਾ ਕੋਈ ਚੋਰ ਠੱਗ ਬੇਈਮਾਨ ਬੰਦਾ ਜਿਹੜਾ ਪੈਸੇ ਖਾਣ ਵਾਲਾ, ਕਮਿਸ਼ਨ ਖਾਣ ਵਾਲਾ, ਫਿਰ ਇਹ ਕਹਿੰਦੇ ਵੀ ਸਿੱਧੂ ਪੈਸੇ ਇਕੱਠੇ ਕਰ ਗਿਆ, ਹੁਣ ਖਾਣ ਵਾਲਾ ਹੋਰ ਆ ਗਿਆ, ਕਿਉਂਕਿ ਮੈਂ ਤਾਂ ਖਾਣੇ ਨਹੀਂ ਸੀਗੇ। ਤੇ ਫਿਰ ਮੈਨੂੰ ਆਉਂਦਾ ਕਿ ਮੈਂ ਕੀ ਖੱਟਿਆ, ਮੈਂ ਲੋਕਾਂ ਨੂੰ ਫਾਇਦਾ ਦੇ ਸਕਿਆ ਤੇ ਮੈਂ ਵੀ ਕਰਾ ਲਈ। ਫਿਰ ਮੈਂ ਢੀਂਡ ਸਾਹਿਬ ਨੂੰ ਕਹਿੰਦਾ, ਇਹ ਫਿਰ ਮੈਨੂੰ 2-4-6 ਮਹੀਨੇ ਬਾਅਦ ਫਿਰ ਮੈਨੂੰ ਜਿਹੜੇ ਸੀਗੇ ਉਹ ਘੋੜੇ ਚਾੜ ਦਿੰਦੇ ਵੀ ਕੋਈ ਨਹੀਂ ਮੁੰਡਾ ਹੈ। ਤੇ ਲੇਕਿਨ ਜਦੋਂ ਮੇਰੀ ਬਦਲੀ ਹੁੰਦੀ, ਮੇਰੇ ਨਾਲ ਕੁਝ ਵੀ ਹੁੰਦਾ ਤਾਂ ਬਾਦਲ ਸਾਹਿਬ ਇਹਨਾਂ ਨੂੰ ਪੁੱਛਦੇ ਕਿ ਢੀਂਡ ਸਾਹਿਬ ਕਾਕੇ ਦਾ ਕੀ ਕਰੀਏ। ਜਦੋਂ ਅਸੀਂ ਪ੍ਰਮੋਟ ਕੀਤੇ IAS ਲਾਏ ਤਾਂ ਉਹਨਾਂ ਨੇ ਕਿਹਾ ਸੀ ਕੋਈ ਮੁੰਡੇ DC ਲਾਉਣੇ ਨੇ, ਚੀਫ ਸੈਕਟਰੀ ਸਾਹਿਬ ਸੀ ਆ ਰਹੇ ਸੀ, ਉਹਨਾਂ ਨੇ ਕਿਹਾ ਵੀ ਜੀ ਆਪਾਂ ਇਹ ਗੁਰਦਾਸਪੁਰ ਵੱਡਾ ਜ਼ਿਲ੍ਹਾ ਹੈਗਾ, ਇਹਨੂੰ ਆਪਾਂ ਗੁਰਦਾਸਪੁਰ DC ਲਾਈਏ। ਹਰਕੇਸ਼ ਨੂੰ ਪੋਲੀਟੀਕਲ ਬੈਕਗਰਾਊਂਡ ਹੈ, ਇਹ ਉੱਥੇ ਪੋਲੀਟੀਕਲ ਬੰਦੇ ਬਹੁਤ ਤੰਗ ਕਰਦੇ ਨੇ ਸਾਰੇ ਹੀ ਜਿਹੜੇ ਨੇ, ਤੇ ਇਹ ਹੈਂਡਲ ਕਰ ਲਓ। ਤਾਂ ਉਹਨਾਂ ਨੇ ਕਿਹਾ ਜੀ ਸੰਗਰੂਰ ਇਹਨਾਂ ਨੂੰ ਪੁੱਛੋ, ਵੀ ਢੀਂਡ ਸਾਹਿਬ ਨੂੰ ਪੁੱਛੋ ਕਿੱਥੇ ਲਾਉਣਾ। ਤਾਂ ਢੀਂਡ ਸਾਹਿਬ ਨਾਲ ਗੱਲ ਕੀਤੀ, ਉਹ ਕਹਿੰਦੇ ਜੀ ਇਹਨਾਂ ਨੂੰ ਤੁਸੀਂ ਬਰਨਾਲੇ ਲਾਓ ਜੀ, ਬਰਨਾਲੇ ਸਾਡੀਆਂ ਬਹੁਤ ਸ਼ਿਕਾਇਤਾਂ ਨੇ, ਬਹੁਤ ਉੱਥੇ ਕਰਪਸ਼ਨ ਹੈ, ਤੇ ਇਹਨੂੰ ਲਾਓ। ਮੈਨੂੰ ਜੀ ਬਰਨਾਲੇ ਦਾ DC ਲਾਤਾ। ਬਰਨਾਲੇ ਜਾ ਕੇ ਉੱਥੇ ਲਾਇਸੈਂਸਾਂ ਦੇ ਹੋਰ ਬੜੇ ਮੁਕਾਬਲੇ ਸੀ। ਅਸੀਂ ਇੱਕ ਸੰਗਤ ਦਰਬਾਰ ਲਾਇਆ ਆਪਣਾ ਰੰਧਾਵਾ ਸਾਹਿਬ, ਉਹ ਸੰਗਤ ਦਰਬਾਰ ਦੇ ਮੈਂ ਇਹ ਜ਼ਾਹਰ ਕਰਨ ਵਾਸਤੇ ਕਿ ਲਾਇਸੈਂਸ ਮੁਫਤ ਹੁੰਦੇ ਨੇ, ਜਲਦੀ ਹੁੰਦੇ ਨੇ, ਔਰ ਬਿਨਾਂ ਸਿਫਾਰਿਸ਼ ਤੋਂ ਹੁੰਦੇ ਨੇ। ਤੇ ਉੱਥੇ ਅਸੀਂ ਸਾਰੇ ਮੁਨਸ਼ੀ ਬਨੀਮ ਥਾਣੇ ਦੇ DSP SSP ਅਸਤਾਮ ਵੇਚਣ ਵਾਲਾ, ਟਾਈਪ ਕਰਨ ਵਾਲਾ ਤੇ ਕੰਪਿਊਟਰ ਵਾਲਾ, ਖਜ਼ਾਨੇ ਪੈਸੇ ਭਰਨ, ਉਹ ਸਾਰੇ ਇਕੱਠੇ ਲਾਈਨ ਤੇ ਲਾ ਲਏ। ਉਹ ਲਾ ਕੇ ਜੀ 108 ਅਰਜ਼ੀਆਂ ਆਈਆਂ, 108 ਅਰਜ਼ੀਆਂ ਦੀ ਮੁਨਸ਼ੀ ਥਾਣੇ ਤੋਂ ਵੈਰੀਫਿਕੇਸ਼ਨ ਹੋਈ, DSP ਤੋਂ ਵੈਰੀਫਿਕੇਸ਼ਨ ਹੋਈ, ਉਹਨਾਂ ਸਾਰਾ ਕੁਝ ਕਰਕੇ 108 ਕਾਪੀਆਂ ਸ਼ਾਮ ਤੱਕ ਅਸੀਂ ਉਹਨੂੰ ਜਾਰੀ ਕਰਤੀਆਂ। ਕਮਾਲ ਆ। ਤਾਂ ਉਹ ਉਦੋਂ ਦੋ ਤਿੰਨ ਮਹੀਨੇ ਬਾਅਦ CM ਸਾਹਿਬ ਉੱਥੇ ਆਏ, ਉਹ ਤੇਗ ਸਿੰਘ ਧਨੌਲੇ ਦਾ ਜਥੇਦਾਰ ਸੀ ਜਿਹੜਾ ਗੁਰਦੁਆਰੇ ਕੀ ਕਿ ਜੀ DC ਉਹ ਕਹਿੰਦੇ ਕਾਕਾ ਤੂੰ ਤਾਂ ਲਾਇਸੈਂਸ ਰਿਨਿਊ ਕਰਤੇ ਹੋਣੇ ਕਾਕਾ, ਫਿਰ ਤਾਂ ਬੜਾ ਵੱਡਾ ਕੰਮ ਹੁੰਦਾ। ਮੈਂ ਜੀ ਉਹ ਕਹਿੰਦੇ ਜੀ ਜਾਰੀ ਕਰਤੇ। ਉਹ 3-4 ਵਾਰੀ ਮੰਨੇ ਨਹੀਂ ਹਨ, ਕਹਿੰਦੇ ਚਲੋ ਕਾਕਾ ਠੀਕ ਹੋ ਗਿਆ। ਫਿਰ ਮੈਨੂੰ ਉਹਨਾਂ ਨੇ ਕਿਹਾ ਸਾਡਾ DC ਬਹੁਤ ਵਧੀਆ ਜੀ, ਬਹੁਤ ਵਧੀਆ ਕੰਮ ਕਰਦਾ ਜੀ, ਬਹੁਤ ਚੰਗਾ ਜੀ। ਤੇ ਮੈਨੂੰ ਕਹਿੰਦੇ ਕਾਕਾ ਕੀ ਕਰਦਾ, ਮੈਂ ਜੀ ਸ਼ਾਮ ਨੂੰ ਪੁੱਛ ਲਈ। ਕਹਿੰਦੇ ਫਿਰ ਤੂੰ ਮੈਂ ਕਰ ਬਰਨਾਲੇ ਉੱਥੇ ਆ ਜਾ, ਬਠਿੰਡੇ ਆ ਜਾ, ਆਪਾਂ ਖਾਣਾ ਇਕੱਠੇ ਖਾਵਾਂਗੇ। ਮੈਨੂੰ ਬਠਿੰਡੇ ਮੈਂ ਜਦੋਂ ਗਿਆ ਸੀ ਗੱਲਾਂ ਗੁੱਲਾਂ ਕਰਦੇ ਗਏ, ਮੈਨੂੰ ਕਹਿੰਦੇ ਕਾਕਾ ਇਤਫਾਕ ਦੀ ਗੱਲ ਹੈ ਕਿ ਤੂੰ ਭਾਈ ਪਿੰਡ ਦੇ ਸਰਪੰਚ ਤੋਂ ਬਣ ਗਿਆ DC, ਤੇ ਮੈਂ ਪਿੰਡ ਦੇ ਸਰਪੰਚ ਤੋਂ ਕਰ ਗਿਆ ਮੁੱਖ ਮੰਤਰੀ। ਦੇਖੋ ਕਿੰਨੀ ਇਤਫਾਕ ਦੀ ਗੱਲ ਹੈ। ਮੈਂ ਜੀ ਤੁਸੀਂ ਵੱਡੇ ਕਰਮ ਕੀਤੇ ਹੋਏ ਸੀ, ਤੁਸੀਂ ਵੱਡੇ ਕਰਮ ਕੀਤੇ ਹੋਏ ਸੀਗੇ, ਤੁਸੀਂ ਜੀ ਉਹ ਮੁੱਖ ਮੰਤਰੀ ਬਣ ਗਏ, ਮੈਂ ਥੋੜੇ ਘੱਟ ਕੀ ਤੁਸੀਂ ਮੈਂ DC ਬਣ ਗਿਆ। ਕਹਿੰਦੇ ਕਾਕਾ DC ਕੋਈ ਛੋਟਾ ਬੰਦਾ ਤਾਂ ਨਹੀਂ ਹੁੰਦਾ, DC ਤਾਂ ਬਹੁਤ ਵੱਡਾ ਬੰਦਾ ਹੁੰਦਾ। ਅਗਰ ਫਲਾਣਾ ਤੂੰ ਕੋਈ DC ਲੱਗਾ ਹੋਇਆ, ਐਦਾ ਨਹੀਂ ਕਹਿੰਦਾ ਮੁੱਖ ਮੰਤਰੀ ਲੱਗਿਆ। ਮੈਂ ਜੀ ਉਹ ਹੁੰਦਾ ਹੈ, ਲੇਕਿਨ ਬਾਕੀਆਂ ਲਈ, ਲੇਕਿਨ CM ਦੇ ਲਈ DC ਬਹੁਤ ਛੋਟਾ ਜਿਹਾ ਹੁੰਦਾ ਹੈ। ਉਹਨਾਂ ਦੇ ਛੀਕਾ ਕਲਾ ਕਰਤੇ। ਚਲੋ ਮੈਂ ਹੋਰ ਕੋਈ ਬੰਦੇ ਨੂੰ ਸੁਝਾਅ ਵੀ ਪੁੱਛੇ, ਚਲੋ ਕਰਾ ਕੇ ਆ ਕੇ ਮੈਂ ਆਪਣਾ ਆ ਗਿਆ। ਉਹਨਾਂ ਦਾ ਸੁਭਾਅ ਵੀ ਜਦੋਂ ਉਹਨਾਂ ਨੇ ਗੱਲ ਬੰਦ ਕਰਨੀ, ਉਹਦੀ ਬੰਦ ਕਰਕੇ ਆਪਣੀ ਗੱਲ ਕਰਕੇ ਆਪਣੇ ਚਲੇ ਜਾਂਦੇ ਸੀਗੇ। ਸੋ ਕਈ ਵਾਰ ਫਿਰ ਉੱਥੇ ਕੀਤੂ ਜਿਹੜਾ ਸੀਗਾ, ਕੀਤੂ ਆ ਡਾਲੇ ਵਾਲੀ ਮੈਂ ਗੱਲ ਕਰਦਾ ਸੀ, ਕੀਤੂ ਨੇ ਉੱਥੇ ਬੜਾ ਘਪਲਾ ਕਰਨਾ ਸ਼ੁਰੂ ਕਰਤਾ। ਤੇ ਮੈਂ ਮਨਵੇਸ਼ ਸਿੱਧੂ ਸਾਡੇ OSD ਸੀਗੇ ਡਿਪਟੀ CM ਨਾਲ, ਮੈਂ ਉਹਨਾਂ ਨੂੰ ਕਿਹਾ ਮੈਂ ਭਾਈ ਜੀ ਗੱਲ ਹੁਣ ਇੱਥੇ ਆ ਗਈ ਕਿ ਜੇ ਤਾਂ ਤੁਹਾਡੇ ਕੀਤੂ ਨੂੰ ਫੜ ਕੇ ਕੁੱਟਦੇ ਆ ਸੀ ਤਾਂ ਤੁਸੀਂ ਕਹੋਗੇ ਜੀ ਸਾਡਾ ਪੋਲੀਟੀਕਲ ਬੰਦਾ, ਸਾਡਾ ਹਲਕਾ ਇੰਚਾਰਜ ਹੈ ਤੇ ਪੋਲੀਟੀਕਲ ਗਵਰਨਮੈਂਟ ਦੀ ਬੇਇੱਜ਼ਤੀ ਹੋਗੀ। ਜੇ ਅਸੀਂ ਉਹਨੂੰ ਕੁਝ ਨਹੀਂ ਕਹਿੰਦੇ ਦੈਨ ਉਹ ਆਪਣੇ ਰੇਟ ਰਨ ਕਰ ਰਿਹਾ ਹੈ। ਉਹ ਇੱਥੇ ਸਾਰੇ ਪੰਜਾਬ 2 ਘੰਟੇ 'ਚ ਹੜਤਾਲ ਹੋ ਜੂਗੀ, ਇਹਨੂੰ ਦੇਖ ਕੇ ਸਾਰੇ ਫੋਲੋ ਕਰਨ ਲੱਗ ਜਾਣਗੇ। ਹੁਣ ਦੱਸੋ ਅਸੀਂ ਕੀ ਕਰੀਏ ਜੀ? ਇੱਕ ਪਾਸੇ ਗਵਰਨਮੈਂਟ ਹੈ, ਇੱਕ ਪਾਸੇ ਪੋਲੀਟੀਕਲ ਗਵਰਨਮੈਂਟ, ਦੋਵੇਂ ਪਾਸੇ 2 ਵਿੰਗ ਨੇਗੇ। ਉਹ ਕਹਿੰਦੇ ਤੁਸੀਂ ਚੁੱਪ ਕਰੋ, ਮੈਂ ਤੁਹਾਨੂੰ 5 ਮਿੰਟਾਂ ਬਾਅਦ ਗੱਲ ਕਰਦਾ। ਉਹ 5 ਮਿੰਟਾਂ ਬਾਅਦ ਮੈਨੂੰ ਡਿਪਟੀ CM ਦਾ ਆਇਆ ਫੋਨ ਕਿ DC ਸਾਹਿਬ ਤੁਹਾਡੇ ਕੋਲੇ ਕੀਤੂ ਆ ਰਿਹਾ। ਮੇਰੇ ਕੋਲ ਕੀਤੂ ਆਇਆ। ਉਹ ਤੁਸੀਂ ਜੀ ਬਾਈ ਜੀ ਉੱਥੇ CM ਸਾਹਿਬ ਨਾਲ ਡਿਪਟੀ ਹਾਂ ਮਹਾਰਾਜ ਕੀਤੀ ਸੀ। ਉਹਦੀ ਕੋਈ ਤੁਸੀਂ ਮੈਨੂੰ ਦੱਸਦਾ ਕਰੋ, ਜੇ ਆਪਾਂ 2 ਭਾਈ ਰਲ ਕੇ ਆਪਾਂ ਕਰ। ਉਸ ਤੋਂ ਬਾਅਦ ਕੀਤੂ ਪੋਲਾ ਹੋ ਗਿਆ, ਕੀਤੂ ਪੋਲਾ ਹੋ ਗਿਆ। ਕੀਤੂ ਨੇ ਕੋਈ ਆਪਣੇ ਨਾਲ ਮੁੜ ਕੇ ਹਮਕੋ ਤੋਂ ਕੋਈ ਨਹੀਂ ਕੀਤੀ। ਤੇ ਜਿਹੜਾ ਸੀਗਾ ਫਿਰ ਇੱਕ ਤਹਿਸੀਲਦਾਰ ਲਵਾ ਲਿਆਂਦੇ ਨੇ। ਤਹਿਸੀਲਦਾਰ ਨਾਲ ਹੁਣ ਕੀ ਹੈ ਕਿ ਪਹਿਲਾਂ 50,000 ਲੱਖ ਰੁਪਇਆ 2 ਲੱਖ ਰੁਪਇਆ ਜਦੋਂ ਹਲਕਾ ਇੰਚਾਰਜ ਤੋਂ ਬੰਦਾ ਉਹ ਤਹਿਸੀਲਦਾਰ ਲੱਗਦਾ ਹੈ, ਪਹਿਲਾਂ ਤਾਂ 10-12 ਸਾਲ ਤੋਂ ਸ਼ੁਰੂ ਹੈ, ਉਹ ਪਹਿਲਾਂ ਉੱਥੋਂ ਰਿਕਮੈਂਡੇਸ਼ਨ ਕਰਾ ਕੇ ਜਾਂਦਾ। 1-2% ਬੰਦੇ ਹੋਣਗੇ ਜਿਹੜੇ ਰਜੀਰ ਵਾਲੇ MLA ਵਜ਼ੀਰ ਨਹੀਂ ਕਰਦੇ, ਨਹੀਂ ਇਹ ਰੂਟੀਨ ਹੈ, ਦਸਤੂਰ ਬਣ ਗਿਆ।
ਉਹਨੇ ਆਪਣਾ ਤਹਿਸੀਲਦਾਰ ਲਵਾ ਲਿਆਂਦਾ ਤੇ ਤਹਿਸੀਲਦਾਰ ਮੈਂ ਉੱਥੇ ਕੀ ਕਰਦਾ ਸੀ ਜਦੋਂ ਸ਼ਾਮ ਨੂੰ ਰਜਿਸਟਰੀਆਂ ਹੁੰਦੀਆਂ ਮੈਂ ਉਹ ਰਜਿਸਟਰੀਆਂ ਮੰਗਾ ਲੈਂਦਾ ਉਹਦੇ ਖਰੀਦਣ ਵਾਲੇ ਦਾ ਵੇਚਣ ਵਾਲੇ ਦਾ ਅਰਜੀ ਨਵੀਸ ਦਾ ਤਹਿਸੀਲਦਾਰ ਦਾ ਗਵਾਹ ਦਾ ਹੁੰਦੇ ਮੈਂ ਸ਼ਾਮ ਨੂੰ ਫੋਨ ਕਰਦਾ 7-8 ਵਜੇ ਦੇ ਦੌਰਾਨ ਕਿ ਜੀ ਮੈਂ ਹਰਕੇਸ਼ ਸਿੱਧੂ ਡੀਸੀ ਬੋਲਦਾ ਤੁਸੀਂ ਜੇ ਜ਼ਮੀਨ ਖਰੀਦੀ ਤੁਹਾਤੋਂ ਕਹਿੰਦੇ ਪੈਸੇ ਤਾਂ ਨਹੀਂ ਲਏ ਜੇ ਪੈਸੇ ਲਏ ਤੇ ਤੁਸੀਂ ਮੇਰੇ ਕੋਲ ਆ ਜਾਓ ਮੈਂ ਤੁਹਾਡੇ ਪੈਸੇ ਮੁੜਾ ਦੂੰਗਾ ਜੀ ਤੇ ਉਹਨੂੰ ਕਹਿੰਦਾ ਮੈਂ ਤੂੰ ਲਏ ਨੇ ਜੀ ਲੇਕਿਨ ਉਹਨੂੰ ਪਤਾ ਲੱਗ ਗਿਆ ਤਹਿਸੀਲਦਾਰ ਨੂੰ ਕਿ ਇਹ ਪੈਸੇ ਫੋਨ ਕਰਦਾ ਉਹ ਪੈਸੇ ਉਹਨਾਂ ਦੇਖ ਕੇ ਕਿ ਬੰਦਾ ਕਿਹਾ ਜਾ ਉਹਨਾਂ ਨੇ ਪੈਸੇ ਆਪਣਾ ਹਿਸਾਬ ਕਿਤਾਬ ਠੀਕ ਕਰ ਲਿਆ ਉਹਨੇ ਕੀਤੂ ਨੇ ਪੈਸੇ ਮੰਗੇ ਕੀਤੂ ਉਹ ਕਹਿੰਦਾ ਜੀ ਮੈਂ ਤਾਂ ਡੀਸੀ ਦਾ ਪੈਸੇ ਨਹੀਂ ਖਾਣ ਦਿੰਦਾ ਤੇ ਉਹ ਕਹਿੰਦਾ ਮੈਨੂੰ ਦਿੰਦਾ ਉਹਨੇ ਮਿਨਿਸਟਰ ਨੇ ਮੰਗੇ ਮਿਨਿਸਟਰ ਕਹਿੰਦਾ ਜੀ ਉਹ ਤਾਂ ਕਹਿੰਦਾ ਮੈਂ ਦਿੰਦਾ ਜੀ ਮੈਂ ਤਾਂ ਡੀਸੀ ਤਾਂ ਬਦਲ ਦੋ ਫਿਰ ਹੋ ਗਿਆ ਜ਼ਿਲ੍ਹੇ 'ਚ ਮੈਂ ਲੱਗਦਾ ਸੀ ਡੀਸੀ ਉੱਥੇ ਤਹਿਸੀਲਦਾਰਾਂ ਨੂੰ ਇਹ ਕਹਿੰਦੇ ਸੀ ਤਹਿਸੀਲਦਾਰ ਮਿਨਿਸਟਰ ਨੂੰ ਕਿ ਜੀ ਸਾਡੀ ਬਦਲੀ ਹੋਰ ਜ਼ਿਲ੍ਹੇ 'ਚ ਕਰ ਦੋ ਪੈਸੇ ਦੇ ਦਾਂਗੇ ਇੱਥੇ ਰਹਿਣ ਦਾ ਕੋਈ ਪੈਸੇ ਕਿ ਇੱਥੇ ਡੀਸੀ ਜਿਹੜਾ ਉਹ ਹੈ ਤੇ ਦੈਨ ਮੈਨੂੰ ਆ ਕੇ ਕੀਤੂ ਕਹਿੰਦਾ ਜੀ ਤੁਸੀਂ ਮੇਰਾ ਡੀਸੀ ਉਹ ਮੇਰਾ ਤਹਿਸੀਲਦਾਰ ਉਹਨੂੰ ਦਬਕਾ ਮਾਰਤਾ ਜੀ ਮੈਂ ਵਾਡੂ ਜੀ ਟੀਮ ਮੈਂ ਤਹਿਸੀਲਦਾਰ ਤੇਰਾ ਕੀ ਹੈ ਮੈਂ ਉਹਦਾ ਡੀਸੀ ਹੈ ਮੈਂ ਉਹਦੀ ਰਿਪੋਰਟ ਲਿਖਣੀ ਹੈ ਮੈਂ ਉਹਦੇ ਤੇ ਐਕਸ਼ਨ ਲੈਣਾ ਹੈ ਤੂੰ ਤਾਂ ਅਨਕਨਸਟੀਟਿਊਸ਼ਨ ਆਦਮੀ ਹੈ ਤੂੰ ਐਮਐਲਏ ਨਹੀਂ ਵਜ਼ੀਰ ਨਹੀਂ ਕੁਛ ਨਹੀਂ ਹੈਗਾ ਤੇ ਉਹਨੂੰ ਮੈਂ ਖੜਕਾ ਕੇ ਤੋਰਤਾ ਉਹਨੂੰ ਪੁੱਛਦਾ ਸ਼ਾਮ ਨੂੰ ਆ ਕੇ ਜਦੋਂ ਮੇਰੇ ਕੋਲ ਤਹਿਸੀਲਦਾਰ ਹੈ ਮੈਂ ਬੰਦਾ ਪੁੱਤ ਬਣ ਜਾ ਪੈਸੇ ਜਿੱਦ ਖਾਏਗਾ ਤੈਨੂੰ ਮੈਂ ਛੱਡਦਾ ਨਹੀਂ ਆਪਣਾ ਕੰਮ ਕਰੀ ਜਾ ਇੱਥੇ ਤਾਂ ਜੇ ਹੁਣ ਤਵਲੇ ਤੈਨੂੰ ਸਜ਼ਾ ਹੈ ਉਹ ਥੋੜੀ ਦੇਰ ਬਾਅਦ ਬਦਲੀ ਕਰਾ ਕੇ ਚਲਿਆ ਗਿਆ ਤੇ ਚਲੋ ਆਪਣਾ ਗੱਲ ਮੁੱਕੀ ਤੇ ਮੈਂ ਉਸ ਤੋਂ ਬਾਅਦ ਬਦਲ ਕੇ ਆ ਗਿਆ ਬਰਨਾਲੇ ਸੌਰੀ ਇੱਥੇ ਆ ਗਿਆ ਆਪਣੇ ਕੀ ਕਹਿੰਦੇ ਨੇ ਗਏ ਸੰਗਰੂਰ ਆ ਗਿਆ ਸੰਗਰੂਰ ਦਾ ਤਹਿਸੀਲਦਾਰ ਜਿਹੜਾ ਸੀਗਾ ਉਹ ਵੀ ਬੜਾ ਨਾਮੀ ਸੀ ਉਹਨੂੰ ਮੈਂ 2-3 ਵਾਰੀ ਕਿਹਾ ਉਹ ਹਟਿਆ ਨਾ ਮੈਂ ਸ਼ੁਰੂ ਉਹਦੀਆਂ ਪਾਵਰਾਂ ਖੋਲੀਆਂ ਕਿ ਇਹ ਰਿਸ਼ਤਿਆਂ ਨਹੀਂ ਕਰੂਗਾ ਅਗਲੇ ਇੰਤਕਾਲ ਕਰੂਗਾ ਇੰਤਕਾਲ ਦੇ ਵਿੱਚ ਵੀ ਉਹ ਕਰ ਜਾਂਦੇ ਨੇਗੇ ਉਹਨੇ ਕੀ ਕੀਤਾ ਮੰਤਰੀ ਨੇ ਉਹ ਤੋਂ ਪੈਸੇ ਮੰਗ ਲਏ ਉਹ ਕਹਿੰਦਾ ਜੀ ਮੈਂ ਪੈਸੇ ਦੇ ਨਹੀਂ ਸਕਦਾ ਉਹ ਕਹਿੰਦਾ ਚੰਗਾ ਫਿਰ ਐਂ ਕਰ ਤੂੰ 2.5 ਲੱਖ ਰੁਪਇਆ ਦੇ ਦੇ ਤੇ ਮੈਂ ਤੈਨੂੰ ਇੱਥੋਂ ਬਦਲ ਦੂੰਗਾ ਮੇਰੀ ਪਹਿਲੀ ਫੀਸ ਤਾਂ ਪੂਰੀ ਕਰ ਉਹਨੂੰ ਪਰਮਿੰਦਰ ਢੀਂਡਸਾ ਨੇ ਇੱਕ ਸਿਫਾਰਿਸ਼ ਕਰਤੀ ਕਿ ਜੀ ਇਹ ਬੰਦੇ ਨੂੰ ਜਿਹੜਾ ਹੈਗਾ ਨੰਬਰਦਾਰ ਬਣਾ ਦਿਓ 2 ਬੰਦੇ ਸੀਗੇ ਦੋਵਾਂ 'ਚ ਜਿਹੜਾ ਮੈਟ ਤੇ ਆ ਜਾਓ ਉਹਨੂੰ ਬਣਾ ਦਿਓ ਲੇਕਿਨ ਜਿਹੜਾ ਦੂਜਾ ਬੰਦਾ ਉਹਨੂੰ ਵੀ ਪਰੋਸ ਕੇ ਰੱਖਿਓ ਕਿ ਇਹਨੂੰ ਕੋਈ ਤੈਨੂੰ ਕੋਰਟ ਸੁਸਾਇਟੀ ਦਾ ਆ ਜਾ ਤੈਨੂੰ ਹੋਰ ਕੁਝ ਬਣਾਵਾਂਗੇ ਤੇਰੇ ਤੇ ਵਜ਼ੀਰ ਸਾਹਿਬ ਖੁਸ਼ ਨੇ ਲੇਕਿਨ ਨੰਬਰਦਾਰੀ ਕੋਈ ਜ਼ਰੂਰੀ ਹੁਣ ਤੈਨੂੰ ਹੋਰ ਬਣਾ ਦਾਂਗੇ ਤਾਂ ਉਹਨੇ ਤਹਿਸੀਲਦਾਰ ਨੂੰ ਆਪਣਾ ਜਿਹੜਾ ਸੀਗਾ 1.25 ਲੱਖ ਰੁਪਇਆ ਉਸਨੇ ਤਹਿਸੀਲਦਾਰ ਨੂੰ 25,000 ਰੁਪਇਆ ਜਿਹੜੀ ਰੀਡਰ ਸੀ ਦੋਨਾਂ ਨੂੰ ਦੇ ਕੇ ਉਹਨੇ ਆਪਣਾ ਰਿਪੋਰਟ ਜਿਹੜੀ ਲਿਖਾ ਲਈ ਐਸਡੀਐਮ ਕੋਲੇ ਆਇਆ ਤੇ ਮੈਨੂੰ ਜਿਹੜਾ ਸੀਗਾ ਆਪਣਾ ਐਸਡੀਐਮ ਨੇ ਜਿਹੜਾ ਰਿਕਮੈਂਡ ਕਰਤਾ ਦੂਜੇ ਬੰਦੇ ਨਾਂ ਤੇ ਮੈਂ ਨੰਬਰਦਾਰ ਜਿਹੜਾ ਸੀ ਜਿਹੜਾ ਬੰਦਾ ਜੈਨੂਨ ਸੀਗਾ ਉਹ ਬਣਾਦਾ ਹੋ ਰਹਿ ਗਿਆ ਉਹ ਜਾ ਕੇ ਬੰਦਾ ਢੀਂਡ ਸਾਹਿਬ ਕੋਲ ਗਿਆ ਜੀ ਕਿ ਜੀ ਉਸ ਦਾ ਜੀ ਮੇਰੇ ਤੋਂ ਜੀ 1.25 ਲੱਖ ਰੁਪਇਆ ਬੰਦਾ ਮੈਂ ਤੋਂ 2.5 ਲੱਖ ਰੁਪਇਆ ਲੈ ਜੀ ਰਿਸ਼ਵਤ ਦਾ ਉਹਨੇ ਦੁਗਣਾ ਕਰਤਾ ਕੰਮ ਉਹਨੇ ਕਿਹਾ ਵੀ ਡੀਸੀ ਕੱਬਾ ਹੈ ਹੁਣ 2.5 ਮਿਲੂਗਾ ਮੈਨੂੰ ਕਹਿੰਦਾ ਢੀਂਡ ਸਾਹਿਬ ਕਹਿੰਦੇ ਛੋਟੇ ਕਿ ਡੀਸੀ ਸਾਹਿਬ ਵੀਰ ਜੀ ਤੇ ਇਹ ਕੋ ਹੈਗਾ ਮੈਂ ਜੀ ਲਿਆਓ ਮੇਰੇ ਹੱਥ ਕਰੀ ਲਾਓ ਤਾਂ ਗੱਲ ਬਣ ਗਈ ਤੇ ਹੋਰ ਕੀ ਚੈੱਕ ਕਹਿੰਦੇ ਨਹੀਂ ਤੁਸੀਂ ਚੈੱਕ ਕਰੋ ਜਦੋਂ ਬੰਦਾ ਆਇਆ ਮੈਂ ਨਾ ਆਪਣੇ ਦਫ਼ਤਰ 'ਚ ਬਿਠਾ ਕੇ ਉਹਦੀ ਅਰਜੀ ਟਾਈਪ ਸਟਾਂਪ ਮੰਗਾ ਕੇ ਮੈਂ ਅਰਜੀ ਲਿਖੀ ਮੈਂ ਸਭ ਕਰਕੇ ਉਹਦੇ ਦਫ਼ਤਰ ਆ ਕੇ ਮੈਂ ਐਸਡੀਐਮ ਨੂੰ ਦੇਤੀ ਭਾਈ ਦੀ ਰਿਪੋਰਟ ਕਰ ਐਸਡੀਐਮ ਨੇ ਜਦੋਂ ਉਹਦੀ ਕਾਪੀ ਭੇਜੀ ਤਹਿਸੀਲਦਾਰ ਨੂੰ ਪਤਾ ਲੱਗਿਆ ਕਿ ਫਸ ਗਏ ਤਹਿਸੀਲਦਾਰ ਤਾਂ ਸ਼ਾਮ ਨੂੰ ਉਹਦੇ ਘਰੇ ਪਹੁੰਚ ਗਿਆ ਸ਼ਿਕਾਇਤੀ ਤੇ ਸ਼ਿਕਾਇਤੀ ਕਹਿੰਦਾ ਜੀ ਮੈਂ ਤਾਂ 2.5 ਲੱਖ ਲਊਂਗਾ ਦੁੱਗੇ ਲਊਂਗਾ ਨਹੀਂ ਮੈਂ ਰਾਜੀਨਾਮਾ ਨਹੀਂ ਕਰਦਾ ਉਹਨੇ ਜੀ ਉਹਦੀ ਫੜ ਕੇ 2.5 ਲੱਖ ਦੇ ਕੇ ਆਪਣੀ ਜਾਨ ਛੁਡਾਈ ਤੇ ਮੇਰੇ ਕੋਲ ਅਗਲੇ ਦਿਨ ਸ਼ਾਮ ਨੂੰ ਤਹਿਸੀਲਦਾਰ ਮੇਰੇ ਕੋਠੀ ਆਇਆ ਜਦੋਂ ਮੈਂ ਕਿਹਾ ਓਏ ਤੂੰ ਕੁੱਤਪੜੇ ਕਰ ਦੋ ਹਟਦਾ ਨਹੀਂ ਕਹਿੰਦਾ ਜੀ ਕੀ ਕਰਾਂ ਜਨਾਬ ਉਹ ਮੰਤਰੀ ਮੰਗਦਾ ਸੀਗਾ ਉਹਦੇ ਤੁਸੀਂ ਕਹਿੰਦਾ ਜੀ ਫਿਰ ਮੈਂ ਤੂੰ ਦੁੱਗਣੇ ਕੋ ਦਿੱਤੇ ਕਹਿੰਦਾ ਜੀ ਹੁਣ ਤੁਸੀਂ ਮੈਨੂੰ ਥੋੜਾ ਬਖਸ਼ਣਾ ਸੀਗਾ ਕਹਿੰਦਾ ਜੀ ਮੈਂ ਜਾਨ ਛੁਡਾ ਲਈ ਚਲੋ ਮੇਰੀ ਛੁੱਟੀ ਮੈਂ ਚੰਗਾ ਠੀਕ ਹੋਊਗਾ ਉਹ ਦੇਖ ਕੇ ਫਿਰ ਉਹ ਬੰਦਾ ਕਹਿੰਦਾ ਜੀ ਮੈਥੋਂ ਪੈਸੇ ਨਹੀਂ ਲਏ ਜੀ ਉਹਦੀ ਵਾਈਫ ਆ ਕੇ ਕਹਿੰਦੀ ਹੈ ਕਿ ਜੀ ਸਾਡਾ ਘਰ ਵਾਲਾ ਦਿਮਾਗ ਦਾ ਫੇਲ ਹੋ ਰਿਹਾ ਜੀ ਸਾਡੀ ਕੋਈ ਸ਼ਿਕਾਇਤ ਨਹੀਂ ਸਾਤੋਂ ਕੋਈ ਪਹਿਲੇ ਗਲਤ ਫਹਿਮੀ ਹੋ ਗਈ ਤੁਹਾਡੀ ਗਲਤ ਫਹਿਮੀ ਚ ਕਾਹਨੂੰ ਹੋ ਗਈ ਤੁਸੀਂ 1.25 ਲੱਖ ਦਾ 2.5 ਲੱਖ ਲੈ ਕੇ ਮੈਂ ਤੁਹਾਡੇ ਤੇ ਪਰਚਾ ਦੇਵਾਂਗਾ ਕਿ ਤੁਸੀਂ 420 ਕਰਕੇ ਤੇ ਤੁਸੀਂ ਗਲਤ ਬਿਆਨੀ ਕਰਕੇ ਫਿਰ ਉਹ ਢੀਂਡ ਸਾਹਿਬ ਕਹਿਣ ਲੱਗੇ ਚਲੋ ਛੱਡੋ ਭਾਈ ਜੀ ਛੱਲੀਆਂ ਦੇ ਜੋ ਦੂਜੇ ਛਿੱਤਰਾਂ ਦੀ ਮਾਰ ਚਲੋ ਮਤਲਬ ਇਸ ਤਰ੍ਹਾਂ ਜਿਹੜੀਆਂ ਉਹ ਹੁੰਦੇ ਹੈਗੇ ਨਾ ਇੱਕ ਬੰਦੇ ਨੇ ਕੀ ਕੀਤਾ ਮੈਂ ਉਹਨੂੰ ਪੁੱਛਿਆ ਕਿ ਤੁਹਾਡੇ ਪੈਸੇ ਤੇ ਲੈ ਕਹਿੰਦਾ ਜੀ ਸਤਿ ਸ੍ਰੀ ਅਕਾਲ ਜੀ ਗੁਰਪ੍ਰਸਾਦ ਜੀ ਉਹਨੇ ਬੋਲਿਆ ਜਿਹੜਾ ਮੈਂ ਕਿਹਾ ਵੀ ਇਹ ਬੰਦਾ ਜਾਂ ਤਾਂ ਸਿਮਰਜੀਤ ਮਾਨ ਵਾਲੀ ਪਾਰਟੀ ਦਾ ਚਾਹੇ ਕੋਈ ਗੁਰਸਿੱਖ ਹੈ ਉਸ ਤਰ੍ਹਾਂ ਦਾ ਬੰਦਾ ਹੈ ਉਹ ਗੁਰਦੁਆਰਾ ਵਸਤੂਆਂ ਦੇ ਰਾਹ ਗ੍ਰੰਥੀ ਸੀਗਾ ਉਹ ਕਹਿੰਦਾ ਜੀ ਮੈਂ ਤੋਂ ਕਿਸੇ ਹੋਰ ਨੇ ਕੋਈ ਪੈਸਾ ਲਿਆ ਮੈਂ ਤੋਂ ਸਿਰਫ ਪੈਸਾ ਜਿਹੜਾ ਲੈ ਲਿਆ ਇੱਕ ਅਰਜੀ ਨਵੀਸ ਹੈ ਮੁੰਡਾ ਉਹ ਨਾਲੇ ਸਰਪੰਚ ਹੈ ਉਹ ਪਿੰਡ ਦਾ ਨੰਬੂਲ ਦਾ ਤੇ ਉਹ ਅਕਾਲੀ ਵਰਕਰ ਵੀ ਹੈ ਉਹਨੇ ਕਿਹਾ ਵੀ ਮੇਰੀ ਫੀਸ ਤਾਂ ਲੱਗੂਗੀ 2000 ਤਾਂ ਵੀ ਕਹੀ ਮੈਂ ਦੇਤੀ ਕਹਿੰਦਾ ਜੀ ਮੈਂ 2000 ਦਿੱਤਾ ਮੈਂ ਉਹਨੂੰ ਫੋਨ ਕੀਤਾ ਮੈਂ ਕਾਕਾ ਤੈਨੂੰ ਕਹਿੰਦਾ ਜੀ ਮੈਂ ਕਾਕਾ 9 ਵਜੇ ਤੱਕ ਉਹ ਬੰਦੇ ਕੋਲੇ ਜਾ ਕੇ ਪੈਸੇ ਮੁੜਾ ਕੇ ਮੋੜ ਕੇ ਨਾ ਉਹ ਫੋਨ ਕਰਾ ਦੇ ਵੀ ਮੇਰੇ ਪੈਸੇ ਮੁੜ ਗਏ ਫਿਰ ਤਾਂ ਠੀਕ ਹੈ ਨਹੀਂ ਮੈਂ 11 ਵਜੇ ਤੱਕ ਤੈਨੂੰ ਜੇਲ੍ਹ ਦੇ ਦੂੰਗਾ ਮੈਂ ਡੀਸੀ ਰਹਿਣ ਵਾਲਾ ਉਹ ਢੀਂਡ ਸਾਹਿਬ ਦੇ ਬਹੁਤ ਨੇੜੇ ਸੀਗਾ ਬਹੁਤ ਬਾਹਮਣ ਪੱਗ ਬੰਨਦਾ ਸੀਗਾ ਬੜਾ ਛਾਤਰ ਬੰਦਾ ਸੀ ਮੈਂ ਡੀਸੀ ਰਹਿਣ ਵਾਲਾ ਪਰ ਤੈਨੂੰ 11 ਵਜੇ ਤੱਕ ਅੰਦਰ ਦੇ ਕੇ ਜਾਊਂਗਾ ਫਿਰ ਬਾਕੀ ਦੀ ਗੱਲ ਕਰੂੰ
ਉਹਨੂੰ ਜੋ ਆ ਗਿਆ ਬੰਦੇ ਆਪਣੇ ਉਹ ਗ੍ਰੰਥੀ ਵੀ ਆ ਗਿਆ, ਉਹਨੇ ਹੱਥ ਬੰਨ ਕੇ ਜੀ ਜਾਣ ਦਿਓ, ਉਹ ਲੰਮਾ ਪੈ ਕੇ ਉਹਦੀ ਉਹ ਵੀਡੀਓ ਬਣਾ ਕੇ ਕਿ ਮੈਂ ਤੋਂ ਗਲਤੀ ਹੋ ਗਈ, ਉਹਦੇ ਨਾਲ ਦਹਿਸ਼ਤ ਪੈ ਗਈ, ਉਹਨੂੰ ਦਹਿਸ਼ਤ ਕਹਿ ਲਓ ਜਾਂ ਉਹਨੂੰ ਰਿਟਰਨ ਕਰ ਲਓ ਕਿ ਜੀ ਉਹਦੇ ਨਾਲ ਲੋਕਾਂ ਦੇ ਮੁਫਤ ਕੰਮ ਹੋਣ ਲੱਗੇ। ਫਿਰ ਲੋਕ ਤਕੜੇ ਹੋ ਗਏ, ਜਾਗਰੂਕ ਹੋ ਗਏ ਕਿ ਵੀ DC ਕੋਲ ਜਾਂਦੇ ਹਾਂ। ਸਿੱਧੂ ਸਾਹਿਬ ਤੁਸੀਂ ਬੜੀਆਂ ਦਿਲਚਸਪ ਗੱਲਾਂ ਦੱਸੀਆਂ, ਤੇ ਹੁਣ ਮੇਰੀ ਬੇਨਤੀ ਹੈ ਕਿ ਜਰਾ ਲੁਕਾਇਓ ਨਾ, ਦਿਲ ਤੇ ਹੱਥ ਰੱਖ ਕੇ ਥੋੜਾ ਟੇਢਾ ਸਵਾਲ ਆ, ਆਮ ਤੌਰ ਤੇ ਸਾਬਕਾ ਅਫਸਰ ਦੱਸਦੇ ਨਹੀਂ ਹੁੰਦੇ। ਅੱਛਾ, DC ਨੂੰ ਹਿੱਸਾ ਪੱਤੀ ਕਿੰਨਾ ਕੁ ਮਿਲਦਾ ਤਹਿਸੀਲਾਂ ਚੋਂ, ਇਧਰੋਂ ਉਧਰੋਂ? DC ਦੀ ਕਮਾਈ ਦਾ ਕੀ ਸਾਧਨ ਹੈ? DC ਲੱਗਣਾ ਬੜਾ ਔਖਾ, ਵੱਡੀਆਂ ਸਿਫਾਰਸ਼ਾਂ ਚਾਹੀਦੀਆਂ, ਬੜੇ ਬੜੇ ਲੀਡਰ ਇਕੱਠੇ ਹੋ ਕੇ DC ਲਵਾ ਕੇ ਲਿਆਉਂਦੇ ਆ। ਉਹਨਾਂ ਨੇ ਜਿਨ੍ਹਾਂ ਨੇ DC ਲਵਾਏ ਹੁੰਦੇ ਉਹਨਾਂ ਨੂੰ ਕੀ ਫਾਇਦਾ ਹੁੰਦਾ? ਚਾਰ ਚਾਰ ਲੀਡਰ CM ਹਾਊਸ 'ਚ ਜਾਂਦੇ ਆ ਵੀ ਸਾਡੇ ਜ਼ਿਲ੍ਹਾ ਲਾ ਦਿਓ ਜੀ, ਤੇ ਫਿਰ ਮੁੜ ਕੇ DC ਨੂੰ ਕੀ ਪਰਸਨਲੀ ਫਾਇਦਾ ਹੁੰਦਾ? ਇਹ ਕਿਹੋ ਜਿਹਾ ਰਿਸ਼ਤਾ ਹੈ ਥੱਲੇ ਤੋਂ ਉੱਤੇ ਤੱਕ ਦਾ? ਆਪਣਾ ਮੈਂ ਤਾਂ ਜੀ ਦੇਖੋ, ਮੈਂ ਤਾਂ ਜਦੋਂ ਬਣਿਆ ਤੇ ਅਫਸਰ, ਮੈਂ ਸਵੇਰੇ ਸ਼ਾਮ ਪਾਠ ਕਰਦੇ ਅਰਦਾਸ ਕਿ ਸੱਚੇ ਪਾਤਸ਼ਾਹ ਜੇ ਤੂੰ ਇਹ ਮੈਨੂੰ ਮਾਣ ਸਤਿਕਾਰ ਬਖਸ਼ੇਂਗਾ, ਮੈਂ ਤੇਰੇ ਅੱਗੇ ਇਹ ਵਾਅਦਾ ਕਰਦਾ ਕਿ ਮੈਂ ਇਹਦੇ ਚ ਅਮਾਨਤ ਖਿਆਨਤ ਨਹੀਂ ਕਰਾਂਗਾ। ਮੈਂ ਉਹ ਲਾਸਟ ਦਮ ਤੱਕ ਉਹ ਨਿਭਾਇਆ, ਮੇਰੇ ਗੁਰੂ ਦਾ ਜਿਹੜਾ ਭਰਮ ਸੀਗਾ। ਲੇਕਿਨ ਮੈਂ ਪੁੱਛਦਾ ਕਈ ਵਾਰੀ ਕਿ ਯਾਰ DC ਨੂੰ, ਮੈਨੂੰ ਤਾਂ ਸਮਝ ਨਹੀਂ ਕਿ ਮੇਰੇ ਕੋਲ ਤਾਂ ਫਾਈਲ ਆਉਂਦਾ, ਮੈਂ ਸ਼ਾਮ ਤੱਕ ਸਾਰੇ ਨਵੇੜ ਦਿੰਦਾ, ਮੈਨੂੰ ਤਾਂ ਕੋਈ ਪੈਸੇ ਦੇਣ ਵਾਲਾ ਬੰਦਾ ਹੀ ਨਹੀਂ ਆਉਂਦਾ। ਕੋਈ ਆਵੇ ਤੁਸੀਂ, ਉਹ ਕਹਿੰਦੇ ਜੀ ਤੁਹਾਡਾ ਸੇਖ ਹੀ ਇੰਨਾ ਵਾ, ਕਿਸੇ ਦੀ ਹਿੰਮਤ ਨਹੀਂ ਪੈਂਦੀ ਤੁਹਾਡੇ ਕੋਲ ਆਵੇ। ਤੇ ਜਿਹੜੇ ਤਹਿਸੀਲਦਾਰ ਜਿਹੜੇ ਨੇਗੇ ਉਹ ਆਪਣਾ ਮਹੀਨਾ ਵੀ ਦਿੰਦੇ ਨੇਗੇ, ਤੇ ਜਿਹੜੇ ਕੋਈ ਐਕਸ਼ਨ ਨੁਕਸਾਨ ਜਿਹੜਾ ਇਹ DC ਤੇ ਡਿਪੈਂਡ ਕਰਦਾ, ਕੋਈ ਤਕੜਾ ਕੋਈ ਦਮ ਵਾਲਾ ਹੈ, ਉਹ ਜਿਹੜੇ ਏਜੰਸੀਆਂ ਤੋਂ ਪੈਸੇ ਲੈ ਜਾਂਦੇ ਨੇ। DC ਦੀ ਕੋਠੀ ਰਾਸ਼ਨ ਪਾਣੀ ਕਿੱਥੋਂ ਆਉਣਾ ਹੈ, ਗਊ ਦਾ ਪੱਠੇ ਕਿੱਥੋਂ ਆਉਣੇ ਨੇ, ਮੱਝ ਕਿੱਥੋਂ ਆਉਣੀ ਹੈ, DC ਦੀ ਕੋਠੀ ਦਾ ਸਾਰੇ ਆਮਦਨ ਮੇਰੀ ਮੈਂ ਜਦੋਂ DC ਸੀਗਾ ਉੱਥੇ ਪਾਠ ਕਰਾਇਆ, ਮੇਰੀ ਕੋਠੀ ਦੇ ਵਿੱਚ ਕੋਈ ਡਿਸਟ੍ਰਿਕਟ ਲੈਵਲ ਦਾ ਅਫਸਰ ਬੁਲਾਇਆ ਸੀਗਾ, MLA ਬੁਲਾਏ ਸੀਗੇ, ਜਾਂ ਡਿਸਟ੍ਰਿਕਟ ਲੈਵਲ ਦੇ ਜਾਂ ਜੱਜ ਬੁਲਾਏ ਸੀ, ਹੋਰ ਕੋਈ ਬੰਦਾ ਨਹੀਂ ਆਉਣ ਦਿੱਤਾ, ਜਾਂ ਮੇਰੇ ਰਿਸ਼ਤੇਦਾਰ ਮਿੱਤਰ ਰਹੇ ਸੀ ਮੇਰੇ ਕੋਲੇ ਜਿਹਨੇ ਸੇਵਾ ਪਾਸ ਮਹਾਂ ਖਬਰਦਾਰ। ਤੇ ਸੋ ਇਸ ਕਰਕੇ ਤੁਹਾਨੂੰ ਪਹਿਲਾਂ ਜ਼ਹਰ, ਮੈਂ ਜਦੋਂ ਬਰਨਾਲੇ ਜਾ ਕੇ ਜੁਆਇਨ ਕੀਤਾ ਜਾ ਕੇ, ਮੈਂ ਤਾਂ ਉੱਥੇ ਮੈਂ ਉਹਨੂੰ 2000 ਰੁਪਇਆ ਫੜਾਤਾ ਉਹਦੇ, ਜਦੋਂ ਸਲੂਟ ਲੈਣ ਤੋਂ ਬਾਅਦ। ਮੈਂ ਭਾਈ ਆ ਮੇਰੀ ਚਾਹ ਪਾਣੀ ਰੋਟੀ ਦਾ ਜਿਹੜਾ ਖਰਚਾ ਨਾ ਕੁੱਕ ਨੂੰ, ਇਹ ਉਹ ਕਹਿੰਦੇ ਅੱਜ ਤਾਂ ਸਾਨੂੰ ਤੁਸੀਂ ਪਹਿਲੇ ਦਿਨ ਸਾਡੀ ਚਾਹ ਪੀ ਲਓ, ਉਦੋਂ ਬਾਅਦ ਅਸੀਂ ਨਹੀਂ ਕਰਦੇ। ਸਿੰਗਲ ਚਲਾ ਗਿਆ। ਸੋ ਸਿੰਗਲ ਦੇਣਾ ਹੁੰਦਾ ਹੈ ਕਿ ਤੁਸੀਂ ਪੈਸੇ ਖਾਣੇ ਆਉਣ ਲੱਗ ਜਾਣਗੇ, ਨਹੀਂ ਖਾਣ। ਜਿੱਦਾਂ ਸਿੱਧੂ ਸਾਹਿਬ ਹਰੇਕ ਕਲੋਨੀਆਂ ਦੇ ਕੰਮ ਨੇ, ਰਜਿਸਟਰੀਆਂ ਦੇ ਕੰਮ ਨੇ, ਤੇ ਜਿੱਥੇ ਤੁਸੀਂ ਕਿਸੇ ਦੀ ਰੰਧਾਵਾ ਸਾਹਿਬ ਕਿਸੇ ਦੀ ਫਾਈਲ ਜਿਹੜੀ ਹੈ ਉਹ ਘੰਟੇ ਲਈ ਰੋਕ ਲਓ, ਉਹ ਪਿਛਲਾ ਫਾਈਲ ਨਿਕਲ ਗਈ ਪਾਉ, ਉਹ ਸਾਰਾ ਕੁਝ ਹੁੰਦਾ, ਉਹਦੇ ਪੈਸੇ ਆਉਣ ਲੱਗ ਜਾਣਗੇ। ਜਦੋਂ ਤੁਸੀਂ ਮੇਰਾ ਸੀਗੇ ਜਿਵੇਂ ਨਾ ਅਸੀਂ ਆਪਣਾ ਉਹ ਕੜਬ ਦੇ ਟਾਂਡੇ ਕੁੱਟਦੇ ਨਾ, ਕੜਬ ਦੇ ਟਾਂਡੇ, ਮੈਂ ਮੋਟੀ ਚਾਲ ਕਰਕੇ ਇਸ ਤਾਂ ਮਸ਼ੀਨ ਤੇ ਕੜਬ ਦੇ ਟਾਂਡਿਆਂ ਵਾਂਗ ਕੁੱਟ ਕੇ ਪਰਾਂ ਮਾਰਦੇ, ਠੀਕ ਹੈ ਨਾ, ਜਿੱਦਾਂ ਸਾਡਾ ਕੋਈ ਇੰਟਰਸਟ ਹੀ, ਤੇ ਜਦੋਂ ਥੋੜਾ ਇੰਟਰਸਟ ਹੈ ਤੁਸੀਂ ਰੋਕ ਲਓ, ਉਹਦੀ ਪੈਸੇ ਆ ਗਏ, ਉਹ ਦੇ ਗਿਆ ਜੀ। ਉਹ ਇੱਕ ਕਹਾਵਤ ਹੈ, ਇੱਕ PA ਨੂੰ ਪੁੱਛਦਾ ਆਪਣੇ ਨੂੰ, ਕਹਿੰਦਾ ਇਹਦੀ ਫੀਸ ਆ ਗਈ, ਕਹਿੰਦਾ ਜੀ ਆਈ ਨਹੀਂ, ਕਹਿੰਦਾ ਚੰਗਾ, ਉਹ ਕਹਿੰਦਾ ਜੀ 20000 ਰੁਪਏ ਦਿੰਦਾ ਹੈ, ਕਹਿੰਦਾ ਲੈ ਲੈ, ਤੇ ਕਹਿੰਦਾ ਉਹਨੇ ਲਿਖਤਾ ਸੀ, ਪਹਿਲਾਂ ਰਿਜੈਕਟ ਕਰਤਾ ਸੀਗਾ ਕੇਸ, ਉਹਨੇ ਲਿਖਤਾ ਨਾਟ ਅਪਰੂਵਡ, ਫਿਰ ਉਹਨੇ ਲਿਖਤਾ, ਉਹ ਕਹਿੰਦਾ ਜੀ ਪੈਸੇ ਮੁੱਕ ਰਹੇ ਆ, ਤਾਂ ਕਹਿੰਦਾ ਉਹਨੇ ਲਿਖਤਾ ਕਿ ਨਾਟ ਅਪਰੂਵਡ, ਕਹਿੰਦਾ ਜੀ ਆ ਗਿਆ ਲੋਟ, ਫਿਰ ਲਿਖਤਾ NOTE ਨੋਟ ਅਪਰੂਵਡ। ਸੋ ਬਿਊਰੋਕ੍ਰੇਸੀ ਹੈ ਜਿਹੜੀ ਕਲਾਸ ਹੈ, ਇਹ ਚੂਹਿਆਂ ਦੀ ਕਲਾਸ ਹੈ, ਤੇ ਆਪਣਾ ਜਦੋਂ ਜਹਾਜ਼ ਡੁੱਬਣ ਲੱਗਦਾ ਛਾਲ ਮਾਰ ਜਾਂਦੇ ਨੇ। ਔਰ ਮੈਂ ਦੱਸਦਾ ਕਿ ਜਿੰਨੇ ਅਫਸਰਸ਼ਾਹੀ ਜਿਹੜੀ ਹੈ ਇਹ ਆਪਣੀਆਂ ਕੀ ਕਹਿੰਦੇ ਨੇ ਕਿ ਜਿੰਨਾ ਇਹ ਨੁਕਸਾਨ ਫੈਸਲੇ ਡਿਲੇ ਕਰਦੇ ਚ ਪਹਿਲਾਂ ਡਿਲੇ ਕਰਦੇ ਨੇਗੇ ਜਾਂ ਗਲਤ ਫੈਸਲੇ, ਉਦੋਂ ਵੱਧ ਕਈ ਗੁਣਾ ਇਹ ਜਿਹੜੇ ਚੂਹੇ ਨੁਕਸਾਨ ਕਰਦੇ ਨਾ, ਉਦੋਂ ਕਈ ਗੁਣਾ ਵੱਧ ਕਰਦੇ ਕਿਉਂਕਿ ਫੈਸਲੇ ਲੈਂਦੇ, ਇਸ ਕਰਕੇ ਪੂਰੇ ਚੂਹੇ ਟੁੱਕੇ ਹੋਰ ਕਰਕੇ। ਸੋ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇਗੀਆਂ ਉਹ ਬਿਊਰੋਕ੍ਰੇਸੀ ਨੇ ਕਿਹਾ ਕਿ ਜੋ ਬੱਟਾ ਖੱਟਿਆ ਉਹ ਆ ਗਿਆ, ਤੇ ਜੇ ਕਿਤੇ ਸਾਈਡ ਲਾਈਨ ਤੇ ਲੱਗੂ ਤਾਂ ਰੋਟੀ ਪਾਣੀ ਵੀ ਉੱਥੋਂ ਚੱਲੂਗੀ, ਤੇ ਹੋਰ ਵੀ ਛੋਟੇ ਜਿਹੜੇ ਅਫਸਰ ਨੇਗੇ ਉਹ ਛੋਟੀਆਂ ਬਗਾਰਾਂ, ਘਰ ਵਾਲੀ ਦੀ ਬਗਾਰਾਂ ਅੱਡ, ਹੋਰ ਦੀਆਂ ਬਗਾਰਾਂ ਅੱਡ, ਤੁਸੀਂ ਕੀ ਕਰੋਗੇ, ਤੇ ਘਰ ਦੇ ਜੀਆਂ ਦੀਆਂ ਬਗਾਰਾਂ ਅੱਡ। ਸਿੱਧੂ ਸਾਹਿਬ ਬਹੁਤ ਕੋਰਟ ਕੇਸਾਂ ਜੋ, ਅੱਛਾ ਕੋਰਟ ਕੇਸ ਸਿਫਾਰਿਸ਼ ਵੀ ਕਰਾ ਲੈਣੀ, ਨਾਲ ਲੀਡਰ ਤੋਂ ਨਾਲ ਪੈਸੇ ਵੀ ਲੈ ਲੈਣੇ। ਸੋ ਸਿੱਧੂ ਸਾਹਿਬ ਬਹੁਤ ਦੱਲੇ, ਹਰੇਕ ਜ਼ਿਲ੍ਹੇ ਚ ਦੱਲੇ ਫਿਰਦੇ, ਜਿਹੜਾ ਪੈਸੇ ਖਾਂਦਾ ਉਹ ਦੱਲੇ ਫਿਰਦੇ ਨੇ, ਪਤਾ ਕਰ ਲਓ ਫਲਾਣੇ ਦਾ ਕੰਮ ਕਿੱਥੋਂ ਹੁਣ ਘੰਟੇ ਚ ਹੋ ਗਿਆ। ਸਿੱਧੂ ਸਾਹਿਬ ਇਹੀ ਪੰਜਾਬ ਨੂੰ ਡੋਬ ਗਿਆ। ਤੇ ਮੀਨਵਾਈਲ ਇੱਕ ਤੇ ਮੇਰੇ ਕੋਲ ਕਿਸਾਨ ਯੂਨੀਅਨ ਦੇਖ ਸਕਦੇ ਜੀ, ਕਿਸਾਨ ਯੂਨੀਅਨ ਦੇ ਬੰਦੇ ਆ ਗਏ ਕਿ DC ਸਾਹਿਬ ਇੱਕ ਸਰਕਾਰ ਨੇ ਹੁਕਮ ਪਾਸ ਕਰਤਾ ਕਿ ਜਿੰਨੀ ਫਰਟੀਲਾਈਜ਼ਰ ਹੈਗੀ ਹੈ ਇਫਕੋ ਕ੍ਰਿਫਕੋ ਤੇ ਕੰਪਨੀਆਂ ਦੇ ਰਾਹੀਂ ਵੰਡੀ ਜਾਊਗੀ। ਪਹਿਲਾਂ ਉਹ ਮਾਰਕਫੈਡ ਦੇ ਰਾਹੀਂ ਤੇ ਕੋਆਪਰੇਟਿਵ ਸੋਸਾਇਟੀ ਰਾਹੀਂ ਵੰਡੀ ਜਾਂਦੀ ਸੀਗੀ। ਉਹਨਾਂ ਦਾ ਸਰਕਾਰ ਜਿਹੜਾ ਕੋਆਪਰੇਟਿਵ ਦਾ ਕਮਿਸ਼ਨ ਵੀ ਗਿਆ, ਤੇ ਸੋਸਾਇਟੀ ਨੂੰ ਮੁਨਾਫਾ ਉਹ ਵੀ ਗਿਆ, ਤੇ ਜਿਹੜੇ ਲੋਕਾਂ ਨੇ ਕਰਜ਼ਾ ਲੈ ਕੇ ਲੈਣਾ ਸੀ ਉਹ ਵੀ ਗਿਆ, ਤੇ ਉਹ ਸਾਡੇ ਬਹੁਤ ਸਾਰੀਆਂ ਉਹ ਗੱਲ ਹੋ ਗਿਆ। ਅਸੀਂ ਰਸਤਾ ਬੰਦ ਕਰ ਰਹੇ ਹਾਂ ਜਿਹੜਾ ਲੁਧਿਆਣਾ ਤੇ ਜਿਹੜਾ ਹਜ਼ਾਰ ਰੋਡ,
ਤੇ ਅੱਜ ਤੁਸੀਂ ਨੋਟਸ ਦੇਣ ਆਇਆ। ਮੈਂ ਕਿਹਾ ਯਾਰ ਮੈਂ ਇੱਥੇ ਬੈਠਾ ਜੱਟ ਬੈਠਾ, ਤੁਸੀਂ ਕਹਿੰਦੀ ਤੁਹਾਡੇ ਵਾਸਤੇ ਪੰਜਾਬ ਲੈਵਲ ਦਾ ਫੈਸਲਾ ਹੈ। ਮੈਂ ਕਿਹਾ ਤੁਸੀਂ ਚਾਹ ਪੀਓ। ਉਹ 15-20 ਬੰਦੇ ਸੀ ਚਾਹ ਪੀਣ ਲਾਏ। ਮੈਂ ਆਪਣਾ ਪੀਏ ਬੁਲਾਇਆ, ਮੈਂ ਪੜ੍ਹ ਕੇ ਮੈਂ ਡੀਆਰ ਨੂੰ ਬੁਲਾ ਲਿਆ ਤੇ ਨਾਲ ਮਾਰਕਫੈਡ ਵਿੱਚ ਹੀ ਸੀ ਉਹ ਵੀ ਬੁਲਾ ਲਏ। ਉਹ ਕਹਿੰਦੇ ਧੱਕਾ ਹੋ ਗਿਆ ਸਰ, ਪਰ ਅਸੀਂ ਤਾਂ ਬੋਲ ਨਹੀਂ ਸਕਦੇ ਕਿ ਤਾਂ ਵੱਡਾ ਫੈਸਲਾ ਸੀਐਮ ਸਾਹਿਬ ਦਾ ਫੈਸਲਾ। ਮੈਂ ਓਕੇ। ਮੈਂ ਉੱਥੇ 3-4 ਲਾਈਨਾਂ ਦਾ ਆਰਡਰ ਬਣਾਇਆ ਕਿ ਜੀ ਮੇਰੇ ਕੋਲੇ ਕਿਸਾਨ ਯੂਨੀਅਨ ਦੇ ਵਫਦ ਨੇ ਆ ਕੇ ਦੱਸਿਆ ਕਿਸ ਤਰ੍ਹਾਂ ਕਰਕੇ ਹੋ ਗਿਆ, ਉਹ ਹੜਤਾਲਾਂ ਕਰ ਰਹੇ ਨੇ, ਲਾ ਐਂਡ ਆਰਡਰ ਦੀ ਸਿਚੁਏਸ਼ਨ ਕ੍ਰੀਏਟ ਹੋ ਜਾਏਗੀ ਕਿ ਇਸ ਕਰਕੇ ਇਸ ਸਿਚੁਏਸ਼ਨ ਨੂੰ ਬੰਦੇ ਨਾਲ ਰੱਖਦਾ 144 ਦੇ ਤਹਿਤ ਮੈਂ ਇਹ ਹੁਕਮ ਕਰਦਾ ਕਿ ਜਿੰਨੀ ਵੀ ਫਰਟੀਲਾਈਜ਼ਰ ਆਏਗੀ ਸੰਗਰੂਰ ਜ਼ਿਲ੍ਹੇ 'ਚ ਉਹ ਰੇਲਵੇ ਟਰੈਕ ਰਾਹੀਂ ਜਾਂ ਅਦਰਵਾਈਜ਼ ਉਹ ਮਾਰਕਫੈਡ ਦੇ ਰਾਹੀਂ ਕੋਵਿਡ ਸਾਈਡ ਰਾਹੀਂ ਵੰਡੀ ਜਾਏਗੀ। ਇਹ ਆਰਡਰ ਪਬਲਿਕ ਹਿੱਤ 'ਚ ਕੀਤਾ ਜਾਂਦਾ, ਐਕਸ ਪਾਰਟੀ ਕੀਤਾ ਜਾਂਦਾ ਔਰ ਇਹ ਆਰਡਰ ਐਸਐਸਪੀ ਹੁਣੀ ਨੂੰ ਇੰਪਲੀਮੈਂਟ ਕਰਾਇਆ। ਕਾਪੀ ਮਾਰਕਫੈਡ ਨੂੰ, ਕਾਪੀ ਹੋਰ ਨੂੰ, ਹੋਮ ਸੈਕਟਰੀ ਸਾਨੂੰ ਕਾਪੀ ਭੇਜ ਕੇ ਲਓ ਜੀ ਚਿੱਠੀ 15 ਮਿੰਟਾਂ ਚਾਹ ਪੈ ਕੇ ਤੋਰ ਦੇ। ਉਹਨਾਂ ਨੇ ਜਾ ਕੇ ਸੁਰੇਸ਼ ਕੁਮਾਰ ਨੂੰ ਦੱਸਿਆ ਕੋਵਿਡ ਵਾਲਿਆਂ ਨੇ ਵੀ ਜੀ ਐਂ ਕਰਕੇ ਆਰਡਰ ਕਰਤਾ। ਸੁਰੇਸ਼ ਕੁਮਾਰ ਕੋਆਪਰੇਸ਼ਨ ਦਾ ਜਿਹੜਾ ਅੱਜ ਕੱਲ੍ਹ ਪ੍ਰਿੰਸੀਪਲ ਸੈਕਟਰੀ ਸੀਐਮ ਹੈ, ਇਹ ਕੋਆਪਰੇਸ਼ਨ ਦਾ ਫਾਈਨੈਂਸ਼ੀਅਲ ਕਮਿਸ਼ਨਰ ਸੀਗਾ। ਇਹ ਮੈਨੂੰ ਫੋਨ ਕਰਦਾ ਕਿ ਯਾਰ ਹਰਕੇਸ਼ ਸਿੱਧੂ ਤੈਨੂੰ ਡੀਸੀ ਲਾਇਆ ਯਾਰ, ਤੂੰ ਸਰਪੰਚੀ ਵਾਲੇ ਗੱਲਾਂ ਕਰੀ ਜਾਂਦਾ। ਮੈਂ ਜੀ ਮੈਂ ਡੀਸੀ ਦਾ ਡਿਸਟ੍ਰਿਕਟ ਮੈਜਿਸਟ੍ਰੇਟ ਦੇ ਉਹ ਪਾਸ ਕੀਤੇ ਨੇ, ਤੂੰ ਕਹਿੰਦਾ ਰੇਲਵੇ ਟਰੈਕ ਤੇ ਕਿਵੇਂ ਉਹ ਲਾ ਸਕਦਾ ਆਪਣੀ 144। ਮੈਂ ਜੀ ਮੈਂ ਰੱਬ ਨੂੰ ਡਰ ਕੇ ਕਹਿਣਾ ਮੈਂ ਡੀਸੀ ਡੀਐਮ ਜਿਹੜਾ ਉਹ ਸਮਾਨ ਤੇ ਵੀ ਲਿਖਦਾ, ਪਤਾਲ ਤੇ ਵੀ ਲਿਖਦਾ ਔਰ ਧਰਤੀ ਵੀ ਲਿਖਦਾ ਜਿੱਥੇ ਲੋਕ ਹਿੱਤ ਨੇ, ਪਬਲਿਕ ਇੰਟਰਸਟ ਜਾਂ ਲਾ ਐਂਡ ਆਰਡਰ ਦੀ ਸਿਚੁਏਸ਼ਨ ਡਿਮਾਂਡ ਕਰਦੀ ਹੈ। ਕਹਿੰਦਾ ਚੰਗਾ ਓਕੇ ਤੂੰ ਸਮਝ ਲਈ। ਮੈਂ ਸਮਝ ਲੂ। ਕਹਿੰਦਾ ਤੂੰ ਆਰਡਰ ਨਹੀਂ ਬਦਲਦਾ। ਮੈਂ ਮੈਂ ਨਹੀਂ ਬਦਲਦਾ ਤੇ ਤੁਸੀਂ ਆਰਡਰ ਇਹਨੂੰ ਰਿਸੈਂਡ ਕਰਨਾ ਹੈਗਾ। ਕਹਿੰਦਾ ਅਸੀਂ ਕਿਵੇਂ ਕਰਦੀ 144 'ਚ ਅਸੀਂ ਕਿਵੇਂ ਟ੍ਰੀਫਰ ਕਰਾਂ। ਓਕੇ। ਮੈਨੂੰ ਅੱਧੇ ਘੰਟੇ ਬਾਅਦ ਆ ਗਿਆ ਉਹਨਾਂ ਦਾ ਮਿਸਟਰ ਕੰਗ ਸੀਗੇ ਆਪਣਾ ਨਵਰੀਤ ਕੰਗ, ਜਿਹੜੇ ਬੜੇ ਨਾਈਸ ਬੰਦੇ, ਬਹੁਤ ਫਾਈਨ ਮੈਨ। ਤੇ ਉਹ ਮੈਨੂੰ ਕਹਿੰਦੇ ਹਰਕੇਸ਼ ਤੈਨੂੰ ਪਤਾ ਹੈ ਕਹਿੰਦੇ ਇਹ ਸੀਐਮ ਸਾਹਿਬ ਨੇ ਆਰਡਰ ਪਾਸ ਕੀਤੇ ਨੇ ਤੇ ਇਹ ਆਪਣਾ ਨਕਈ ਜਿਹੜਾ ਐਮਐਲਏ ਆ ਪਾਰਲੀਮੈਂਟਰੀ ਸੈਕਟਰੀ ਹੈ ਉਹਦੀਆਂ ਏਜੰਸੀਆਂ ਨੇ ਉਹਦੇ ਵਾਸਤੇ ਕੀਤਾ ਇਹ। ਤੇ ਫਿਰ ਤੇਰੇ ਲੱਤਾਂ ਜਾਨ ਹੈਗੀ ਤੂੰ ਮਹਾਜੀ ਬਦਲੀ ਹੋ ਜਾਂਦਾ। ਹੋਰ ਕਿਆ ਮੈਂ ਤਾਂ ਸ਼ਹੀਦ ਹੋਣ ਨੂੰ ਫਿਰਦਾ ਜੀ, ਆਈ ਡੋਂਟ ਮਾਈਂਡ, ਮੈਨੂੰ ਤੁਸੀਂ ਕਰ ਦਿਓ। ਕਹਿੰਦੇ ਓਕੇ ਠੀਕ ਹੈ। ਉਹਨੇ ਜਦੋਂ ਕਹਤਾ ਕੱਲ ਖਤਮ ਹੋ ਗਈ। ਤੇ ਮੈਨੂੰ ਸ਼ਾਮ ਨੂੰ 6 ਵਜੇ ਸੁਖਬੀਰ ਬਾਦਲ ਦਾ ਫੋਨ ਆਇਆ ਚਾਈਨਾ ਤੋਂ। ਇਹ ਵਾਲੇ ਚਾਈਨਾ ਕੋ ਡੀ ਸਾਹਿਬ ਕੀ ਹੋਗਾ ਕਿ ਮੈਂ ਜੀ ਆਪਣੇ ਸਾਰੇ ਕਿਸਾਨ ਆਪਾਂ ਕਿਸਾਨ ਐਮਐਲਏ ਬੇਵਕੂਫ ਹੋਇਆ ਫਿਰਦਾ, ਸਾਰੇ ਹਾਹਾਕਾਰ ਮਚ ਗਈ, ਰਸਤੇ ਰੋਕ ਲੈ ਹੋਰ ਕਰ ਲੈ। ਕਹਿੰਦੇ ਯਾਰ ਉਹਨੂੰ ਕੁਛ ਨਾ ਕੁਛ ਦੇ ਦਿਓ, ਉਹਨੂੰ ਕੋਈ ਐਡਜਸਟ ਕਰ ਦਿਓ। ਮੈਂ ਜੀ ਕੋਈ ਮੈਂ ਦੇਖਦਾ। ਨੈਕਸਟ ਡੇ ਮੇਰੇ ਕੋਲ ਆਇਆ 3 ਵਜੇ ਉਹ ਚੱਲ ਕੇ ਐਮਐਲਏ। ਮੈਂ ਯਾਰ ਤੂੰ ਤਾਂ ਬੜਾ ਗਲਤ ਕੰਮ ਕਰਦਾ, ਸਾਰੇ ਹਾਹਾਕਾਰ ਮਚਾਤੀ ਤੈਂ। ਉਹ ਜੀ ਮੈਨੂੰ ਕੁਛ ਕਰੋ। ਮੈਂ ਚੰਗਾ ਮੈਂ ਕਰਦਾ। ਮੈਂ ਉਹਦੇ ਅਰਜੀ ਜੀ ਲੈ ਕੇ ਰੱਖ ਲਈ ਤੇ ਮੈਂ 2 ਦਿਨ ਹੋਰ ਲੰਘਾਤੇ। 2 ਦਿਨ ਹੋਰ ਲੰਘਾ ਕੇ ਤੇ ਮੈਂ ਆਪਣਾ ਜਿਹੜਾ ਸੀਗਾ ਉਹ ਮੈਂ ਪੁੱਛਿਆ, ਮੈਂ ਕਹਿੰਦੇ ਸਾਰੇ ਇਸ ਦਾ ਫਰਟੀਲਾਈਜ਼ਰ ਵੰਡਦੀ। ਮੈਂ ਫਿਰ ਮੈਂ ਲਿਖਤਾ ਕਿ 20% ਜਿਹੜੀ ਫਰਟੀਲਾਈਜ਼ਰ ਹੈ ਉਹ ਇਹਨਾਂ ਦੇ ਰਾਹੀਂ ਵੀ ਇਸ ਕੋਕਰੀ ਕੋਲ ਰਾਹੀਂ ਵੰਡੀ ਜਾਵੇ। ਅਰੇ ਬਾਬਾ ਸਾਹਿਬ ਮੇਰੇ ਹੁਕਮ ਦੀਆਂ ਕਾਪੀਆਂ ਜਦੋਂ ਹੋਰ ਜ਼ਿਲ੍ਹਿਆਂ 'ਚ ਹੜਤਾਲਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ, ਬਰਨਾਲੇ ਦੇ ਡੀਸੀ ਨੇ ਤੇ ਇਹਦੇ ਨੇ ਬਠਿੰਡਾ, ਬਰਨਾਲਾ, ਮਾਨਸਾ ਹੈ ਜੀ, ਲੁਧਿਆਣਾ, ਇਹਨਾਂ ਦੇ ਡੀਸੀਆਂ ਨੇ ਮੇਰੇ ਪੀਏ ਕੋਲੋਂ ਆਰਡਰ ਲੈ ਕੇ ਕਾਪੀ ਤੇ ਉਹਨਾਂ ਨੇ ਕਰਕੇ ਫਿਰ ਉਹਨੇ ਆਰਡਰ ਵੀ ਪਾਸ ਕੀਤੇ ਜਦੋਂ ਉੱਥੇ ਹੜਤਾਲਾਂ ਹੋਣ ਲੱਗ ਗਈਆਂ। ਇਹ ਲਿਖਤੀ ਹੈ ਕਿ ਪ੍ਰਕਾਸ਼ ਸਿੰਘ ਬਾਦਲ ਦੀ ਮੋਹਰ ਲਾ ਕੇ ਦੱਸ ਕਰਕੇ ਉਹਨਾਂ ਦਾ ਆਇਆ ਹੋਇਆ ਸੀ ਕਿ ਜੀ ਇਸ ਤਰ੍ਹਾਂ ਕਰਨਾ ਹੈ, ਲੇਕਿਨ ਉਹ ਆਰਡਰ ਇਲੀਗਲ ਸੀ। ਆਈ ਕੈਨ ਸੇ ਦਿਸ। ਮਤਲਬ ਤੁਸੀਂ ਬਾਦਲ ਦੇ ਆਰਡਰ ਮੰਨਣ ਤੋਂ ਨਾ ਕਰਤੀ ਇਸ ਕਰਕੇ ਕਿ ਉਹ ਤੁਹਾਡੇ ਨੁਕਤਾ ਨਜ਼ਰ ਤੋਂ, ਲੋਕ ਹਿੱਤਾਂ ਦੇ ਨਜ਼ਰੀਏ ਤੋਂ ਔਰ ਸੰਵਿਧਾਨਕ ਤੌਰ ਤੇ ਤੁਹਾਨੂੰ ਠੀਕ ਨਹੀਂ ਲੱਗੇ। ਉਹ ਠੀਕ ਨਹੀਂ ਸੀ। ਹਾਂ ਠੀਕ ਨਹੀਂ ਸੀਗਾ। ਤੇ ਐਂਡ ਮੈਨੂੰ ਬਾਦਲ ਨੇ ਕਦੇ ਕੁਝ ਨਹੀਂ ਕਿਹਾ ਵੀ ਤੂੰ ਇਹ ਕੰਮ ਕੀਤਾ ਕਿ ਨਾ ਕੀਤਾ। ਤੇ ਆਪਣਾ ਫਿਰ ਅਸੀਂ ਉੱਥੇ ਜਿਹੜੇ ਸੀਗੇ ਗਊਆਂ ਦੀ ਗੱਲ ਚੱਲੀ, ਹੋਰ ਕਈ ਜਿਹੜੇ ਇਸ਼ੂ ਸੀਗੇ ਚੱਲੇ। ਮੈਨੂੰ ਜਦੋਂ ਉਦਘਾਟਨ ਕਰਨ ਆਇਆ ਸੁਖਬੀਰ ਬਾਦਲ ਨਾ, ਉਹਦਾ ਕੰਪਿਊਟਰ ਸਾਰੇ ਪੰਜਾਬ ਤੋਂ ਪਹਿਲਾਂ ਕਰਤਾ। ਤਾਂ ਜਦੋਂ ਉਦਘਾਟਨ ਕਰਨ ਆਏ ਮੈਨੂੰ ਕਹਿੰਦੇ ਜੀ ਇਹ ਤਾਂ ਐਫਸੀਆਰ ਕਹਿੰਦੇ ਸੀ ਜਿਹੜੇ ਇਹਦੇ ਤੇ ਸਾਲ ਲੱਗ ਜਾਊਗਾ, ਤੁਸੀਂ ਕਿਵੇਂ ਕਰਤਾ ਹੈ ਡੀਸੀ ਸਾਹਿਬ। ਮੈਂ ਜੀ ਡਾਂਗ ਨਾਲ ਮੈਂ ਇਹ ਸ਼ਬਦ ਬੋਲੇ। ਉਹ ਸੁਖਬੀਰ ਬਾਦਲ ਨੂੰ ਮੇਰੇ ਸ਼ਬਦ ਜਿਹੜੇ ਸੀ ਉਹ ਪਸੰਦ ਨਹੀਂ ਆਏ। ਅਸੀਂ ਅੱਧੇ ਘੰਟੇ ਬਾਅਦ ਆ ਕੇ ਨਾ ਮੀਟਿੰਗ ਕਰ ਰਹੇ ਸੀਗੇ, ਉੱਥੇ ਸਾਰੇ ਐਮਐਲਏ ਬੈਠੇ ਸੀਗੇ ਤੇ ਸੁਖਬੀਰ ਬੈਠਾ ਸੀਗਾ ਇੱਥੇ ਜਿਹੜੇ। ਤਾਂ ਉਹਨੇ ਕਿਹਾ ਕਿ ਆਪਣਾ ਕੋਈ ਬੰਦਾ ਆਇਆ ਕਿ ਇਹ ਜਥੇਦਾਰ ਹੈ ਆਪਣਾ ਡੀਸੀ ਸਾਹਿਬ, ਇਹਦਾ ਕੰਮ ਕਰਨਾ ਹੈ, ਇਹ ਚਾਹੇ ਮੇਰੇ ਤੋਂ ਲਿਖਾ ਲਿਓ ਚਾਹੇ ਸੀਐਮ ਸਾਹਿਬ ਤੋਂ ਲਿਖਾ ਲਿਓ, ਤੇ ਇਹਦਾ ਕੰਮ ਪਿਆਰ ਨਾਲ ਕਰਨਾ ਪਰ ਡਾਂਗ ਨਾਲ ਨਹੀਂ ਕਰਨਾ। ਅੱਛਾ ਠੀਕ ਹੈ। ਮੈਂ ਕਿਹਾ ਵੀ ਇਹਦੇ ਅੰਦਰ ਉਹ ਰੜਕ ਰਹੀ ਕਿ ਡਾਂਗ ਤਾਂ ਸਾਡੇ, ਤੂੰ ਕੌਣ ਹੈ। ਪਰ ਆਪਾਂ ਨੇ ਆਪਣੀ ਗੱਲ ਕਹਿ ਦੀ ਜਿਹੜੀ ਸੀ। ਫਿਰ ਕੀ ਹੋਇਆ, ਫਿਰ ਅਸੀਂ ਉਹ ਟੌੜਾ ਸਾਹਿਬ ਦੀ ਬਰਸੀ ਸੀਗੀ, ਮੈਨੂੰ ਉੱਥੇ ਆਪਣੇ ਕੀ ਕਹਿੰਦੇ ਨੇ ਗਏ, ਅਸੀਂ ਉੱਥੇ ਗਏ ਟੌੜਾ ਪਿੰਡ। ਤਾਂ ਕੁਦਰਤੀ ਸੁਖਬੀਰ ਬਾਦਲ ਵੀ, ਢੀਡ ਸਾਹਿਬ ਵੀ ਤੇ ਮੈਂ, ਅਸੀਂ ਤਿੰਨੇ ਇੱਥੇ ਇਕੱਠੇ ਹੋਏ ਤਾਂ ਜਦੋਂ ਪ੍ਰਣਾਲ ਤੇ ਚੜ੍ਹਨ ਸੀਗੇ। ਉਹ ਕਹਿੰਦੇ ਇਹ ਡੀਸੀ ਤੇਰਾ ਇਹ ਬੰਦਾ ਬਹੁਤ ਵਧੀਆ ਹੈ, ਪੰਜਾਬ ਦਾ ਨੰਬਰ 1 ਡੀਸੀ ਹੈ। ਕਹਿੰਦੇ ਜਦੋਂ ਜਾਣਾ ਦੂਜੇ ਜ਼ਿਲ੍ਹੇ ਵੀ ਲੋਕ ਕੰਮਾਂ ਲੱਗ ਵੀ ਡੀਸੀ ਲੱਗ ਰਿਹਾ। ਕਹਿੰਦੇ ਇਹਨੂੰ ਆਪਾਂ ਇਲੈਕਸ਼ਨ ਲੜਾ ਦਈਏ ਇਸ ਚ। ਅੱਛਾ। ਤਾਂ ਢੀਡ ਸਾਹਿਬ ਨੇ ਕਿਹਾ ਨਹੀਂ ਇਹ ਤਾਂ ਪਹਿਲਾਂ ਐਸਜੀਪੀਸੀ ਇਲੈਕਸ਼ਨ ਲੜਕੀ ਬਹੁਤ ਕੀਤਾ, ਇਹ ਲੜਦਾ ਚੁੱਪ ਕਰ ਗਿਆ ਗੱਲ। ਮਤਲਬ ਉਸ ਦੇ ਅੰਦਰ ਮੈਨੂੰ ਉਹਨੇ ਜਿਹਦੇ ਸੀ ਕਹਿੰਦੇ ਇਹਦੇ ਚ ਕਣੀ ਹੈਗੀ, ਬੰਦੇ ਚ ਕੁਛ ਕਰਨ ਜੋਗਾ ਹੈਗਾ, ਪਰ ਉਹ ਸਮੇਂ ਨੂੰ ਜਾਂ ਹਾਲਾਤਾਂ ਨੂੰ ਜਾਂ ਸਮਝੋ ਡੈਸਟਿਨੀ ਨੂੰ ਮਨਜ਼ੂਰ ਨਹੀਂ ਸੀ।
ਅੱਛਾ ਸਿੱਧੂ ਫਿਰ ਉਹ ਮੈਂ ਉੱਥੇ ਇੰਨਾ ਪਾਪੂਲਰ ਹੋ ਗਿਆ ਕਿ ਜਿਹੜੇ ਐਮਐਲਏ ਆਇਆ ਕਰਨ ਢੀਂਡ ਸਾਹਿਬ ਕਹਿਣ ਲੱਗੇ ਜੀ ਲੋਕ ਜਿਹੜੇ ਨੇ ਜਿਹੜੇ ਥੋੜੇ ਐਮਐਲਏ ਨੇ ਕਹਿੰਦੇ ਸਾਡੀ ਗੱਲ ਨਹੀਂ ਸੁਣੀ ਜਾਂਦੀ, ਇਹਨਾਂ ਨੂੰ ਚਾਹ ਚੁ ਪਿਆ ਕਰਨ ਵਾਲੇ। ਉਹ ਮੇਰੇ ਕੋਲ ਆ ਕੇ ਦਫ਼ਤਰ ਰੂਮ 'ਚ ਬੈਠ ਜਾ ਕਰਨ। ਮੈਂ ਜਦੋਂ ਉਹ ਆਉਣ ਮੈਂ 2 ਮਿੰਟ ਤੱਕ ਮੈਂ ਤੁਸੀਂ ਚਾਹ ਉਹਦੇ ਮੈਂ ਤੁਹਾਨੂੰ ਆਇਆ ਜਿਹੜੇ ਆਪਣੇ ਦਫ਼ਤਰ ਮੇਨ ਕਮਰੇ ਜਾ ਕੇ ਨਾ ਮੈਂ ਕੋਰਟ ਰੂਮ ਜਾ ਕੇ ਬੰਦੇ ਬੁਲਾਓ ਫਟਾਫਟ, ਕਿਦਾ ਲਾਇਸੈਂਸ ਹੈ, ਕਿਸੇ ਬਦਲੀ ਹੈ, ਕਿਸੇ ਦਾ ਕੁਛ ਹੈ, ਉਹ ਕਰਕੇ ਮੈਂ ਫਟਾਫਟ ਆਊਗਾ ਲਓ ਜੀ ਕਿ ਸਾਰੇ ਬੰਦੇ ਨੂੰ ਮੈਂ ਬੁਲਾਓ। ਉਹ ਕਹਿੰਦੇ ਸਾਡਾ ਕਬਜ਼ਾ ਡੀ ਸਾਹਿਬ ਨੇ ਕਰਤਾ ਜੀ, ਉਹ ਕਹਿੰਦੇ ਸਾਡਾ ਕਬਜ਼ਾ ਕਰਤਾ ਜੀ। ਮਤਲਬ ਕੰਮ ਮੈਨੂੰ ਫਿਰ ਪਰਮਿੰਦਰ ਸਿੰਘ ਕਹਿਣ ਲੱਗੇ, ਕਹਿੰਦੇ ਵੀਰ ਜੀ ਜਿਹੜੇ ਸਾਡੇ ਜਹੇਦਾਰ ਨੇ ਕਹਿੰਦੇ ਸਮਝਦੇ ਵੀ ਸਾਨੂੰ ਡੀ ਸਾਹਿਬ ਚੋਰ ਸਮਝਦੇ ਵੀ ਸਾਨੂੰ ਸ਼ੱਕ ਕਰਦੇ ਨੇ। ਮੈਂ ਜੇ ਸਾਧਵਾਨ ਕਿਉਂ, ਮੈਂ ਸਰਪੰਚ ਰਿਹਾ, ਇਕੱਲੇ ਦੀ ਮੈਂ ਔਕਾਤ ਜਾਣਦਾ ਤੇ ਮੈਂ ਤੁਹਾਡੀ ਰਾਖੀ ਕਰ ਰਿਹਾ ਤੇ ਤੁਹਾਡੇ ਲਈ ਕਰ ਰਿਹਾ, ਤੁਸੀਂ ਭੁਲੇਖਾ ਨਾ ਖਾਓ। ਫਿਰ ਕੀ ਹੋਇਆ, ਇਲੈਕਸ਼ਨ ਜਿਹੜੀ ਜਦੋਂ ਆਈ ਨਾ ਉਹਨਾਂ ਨੂੰ ਦੱਸਿਆ ਪੀਏ ਨੇ ਕਹਿੰਦੇ ਇਲੈਕਸ਼ਨ ਆ ਗਈ, ਇੱਕ ਬੰਦਾ ਉੱਥੇ ਬਣਿਆ ਨੰਬਰਦਾਰ ਬਣਿਆ ਸ਼ਹਿਰ ਦਾ ਸੁਨਾਮ ਦਾ, ਉਹਦਾ ਮੁੰਡਾ ਸੁਵਿਧਾ ਕੇਂਦਰ 'ਚ ਕਲਰਕ ਲੱਗਿਆ। ਤਾਂ ਉਹਨੇ ਨੇ ਕਿਹਾ ਉਹਨੂੰ ਬੰਦੇ ਨੂੰ ਬੁਲਾਓ ਯਾਰ, ਉਹਦਾ ਕੰਮ ਕੀਤਾ ਸੀ, ਉਹ ਪਿੱਛੇ ਕੋ ਬੈਠਾ ਹੈ। ਉਹ ਕਹਿੰਦਾ ਭਾਈ ਤੁਹਾਨੂੰ ਵੋਟ ਪਾਵਾਂਗੇ, ਤੁਸੀਂ ਸਾਡੀ ਸਿਫਾਰਿਸ਼ ਕੀਤੀ ਸੀ ਪਰ ਮੇਰਾ ਕੰਮ ਤਾਂ 2.5 ਲੱਖ ਦਾ ਤੁਸੀਂ ਨੰਬਰਦਾਰੀ ਦਾ ਡੀਸੀ ਨੂੰ ਤੇ 2.5 ਲੱਖ ਦੇ ਮੇਰੇ ਮੁੰਡੇ। ਉਹਨੇ ਕਹਿਤੀ ਭਾਈ ਢੀਂਡਸਾ ਪਰਿਵਾਰ ਤੋਂ ਸਿਫਾਰਿਸ਼ ਵੀ ਕਰਾ ਦਿਓ, ਨਾਲ ਸੁੱਕਾ ਕੰਮ ਨਾਲ ਪੈਸੇ ਵੀ ਲੱਗਣਗੇ, ਕੰਮ ਤੁਹਾਡਾ ਹੋ ਜਾਊਗਾ। ਉਹਨਾਂ ਨੇ ਸੋ ਇਸ ਕਰਕੇ ਪੋਲੀਟੀਕਲ ਬੰਦਿਆਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਪੈਸੇ ਜਿਹੜੇ ਅਫਸਰਸ਼ਾਹੀ ਕਿਵੇਂ ਖਾਈ ਜਾਂਦੀ ਹੈ। ਇਹ ਕਹਿੰਦੇ ਸੀ ਫੋਨ ਕਰਤਾ, ਉਹ ਕਹਿੰਦਾ ਵੀ ਫੋਨ ਕਰਾ ਦੇ ਪੋਲੀਟੀਕਲ ਬੰਦੇ ਤੋਂ ਇੰਨੇ ਪੈਸੇ, ਨਾਲੇ ਲੋਕ ਸੁਖੀ ਨਾਲੇ ਪਰਲੋਕ ਸੁਖੀ, ਤੇ ਅਗਲਾ ਵੋਟਾਂ ਵੇਲੇ ਕਹਿੰਦਾ ਵੀ ਪਤਾ ਆਹ ਕੁਛ ਕੀਤਾ ਸੀ। ਅੱਛਾ ਸੋ ਇਹ ਚੀਜ਼ਾਂ ਜਿਹੜੀਆਂ ਸਾਰੀਆਂ ਜਿਹੜੀਆਂ ਹੋਈਆਂ। ਫਿਰ ਕੀ ਹੋਇਆ, ਸਾਡੇ ਉੱਥੇ ਨਾ ਜਿਹੜਾ ਸੀਗਾ ਹੜ੍ਹਾਂ ਦਾ ਇਲਾਕਾ ਹੈ, ਮੂਰਖ ਦਾ ਇਲਾਕਾ, ਉੱਥੇ 2010 'ਚ ਹੜ੍ਹ ਆਏ, ਬੜੇ ਬਹੁਤ ਜ਼ਿਆਦਾ ਹੜ੍ਹ ਆਏ। ਤਾਂ ਇਹ ਇੱਕ ਉੱਥੇ ਦੇ ਜਿਹੜੇ ਹਲਕਾ ਇੰਚਾਰਜ ਸੀਗੇ ਤੇ ਇੱਕ ਆਪਣੇ ਇਹ ਜੋਹਰ ਜਰਵੇਜਾ ਸਿੰਘ, ਇਹਨਾਂ ਨੇ ਉਂਗਲ ਜੀ ਲਾ ਕੇ ਉੱਥੇ ਕੋਈ ਪੁਰਾਣਾ ਪੁਲ ਸੀਗਾ, ਉਹ ਪੁਲ ਦੇ ਪੈਸੇ ਕਹਿੰਦੇ ਸੀ ਵੀ ਜਿਹੜੇ ਹੜ੍ਹਾਂ ਦੇ ਪੈਸੇ ਤੋਂ ਪੁਲ ਦੇ ਪੈਸੇ ਦੇ ਦਿਓ, ਉਹ ਫੰਡ ਡਿਫਰੈਂਸ ਭਾਜੀ ਹੋ ਨਹੀਂ ਸਕਦੇ। ਮਿਨਿਸਟਰ ਨੇ ਕਿਹਾ ਮੇਰਾ ਮਹਿਕਮਾ ਹੈ, ਕਿਉਂਕਿ ਸਾਡੇ ਕੋਲ ਡਿਜ਼ਾਸਟਰ ਮੈਨੇਜਮੈਂਟ 'ਚ ਆਉਂਦਾ, ਉਹ FCR ਤੋਂ ਪੈਸੇ ਆਉਂਦੇ ਨੇ ਗਵਰਨਮੈਂਟ ਆਫ ਇੰਡੀਆ ਤੋਂ, ਉਹ ਖਰਚ ਇਹਨਾਂ ਨੇ ਕਰੋ, ਲੇਕਿਨ ਚੌਕਸੀ ਸੀ ਰੱਖਣੀ ਹੁੰਦੀ ਹੈਗੀ ਇਹ ਡੀਸੀਆਂ ਨੇ। ਤਾਂ ਇਹਨਾਂ ਨੇ ਕੀ ਕੀਤਾ, ਦੂਜੇ ਤੀਜੇ ਦਿਨ ਜਰਵੇਜਾ ਸਿੰਘ ਜੋਹਲ ਆਇਆ, ਆ ਕੇ ਉੱਥੇ ਮੀਟਿੰਗ ਕਰਨ ਲੱਗੇ, ਮੇਰੇ ਚੜ ਕੇ ਆਏ, ਕਹਿੰਦਾ ਡੀਸੀ ਸਾਹਿਬ ਉਹ ਹਾਂਡਾ ਕੁਦਰੀ ਪਿੰਡ ਹੈ ਇੱਕ, ਇਹ ਤੁਸੀਂ ਸੰਗਰੂਰ ਜ਼ਿਲ੍ਹੇ ਜੁੜਾ ਹੈ ਕਿ ਹਰਿਆਣੇ 'ਚ ਭੇਜਤਾ, ਕਹਿੰਦਾ ਉੱਥੇ ਕਹਿੰਦਾ ਕੋਈ ਗਿਆ ਹੀ ਨਹੀਂ। ਮੈਂ ਕਿਹਾ ਜੀ ਮੰਤਰੀ ਜੀ ਮੈਂ ਤੁਹਾਨੂੰ ਦੱਸ ਦਿੰਦਾ ਗੱਲ, ਮੈਂ ਜਿੱਥੇ ਬੈਠਾ ਮੂਨਕ ਬੈਠੇ ਸੀ, ਮੈਂ ਨਾ 38 ਪਿੰਡਾਂ ਚੋਂ 42 ਪਿੰਡਾਂ ਚੋਂ ਮੈਂ ਲੈਂਡਮਾਰਕ ਬੈਂਕ ਦੀ ਇਲੈਕਸ਼ਨ ਲੜ ਕੇ ਹਟਿਆ ਹੋਇਆ। ਮੈਂ ਹਰੇਕ ਪਿੰਡ 'ਚ 50 ਬੰਦਿਆਂ ਨੂੰ ਜਾਣਦਾ ਤੇ ਬੰਦੇ ਮੇਰਾ ਨਾਂ ਨੇ ਮੇਰਾ ਘਰ ਜਾਂਦੇ, ਮੈਂ ਤੁਸੀਂ ਸਮਝਦੇ ਆ ਮੈਂ ਉੱਥੇ ਕਿਸ਼ਤੀ ਤੇ ਜਾ ਕੇ ਆਇਆ। ਹੋਰ ਮੈਂ ਤੁਹਾਡੇ ਨਾਲ ਕੁਝ ਹੋਰ ਬੋਲਦਾ, ਕਹਿੰਦਾ ਕੀ ਬੋਲਦਾ, ਮੈਨੂੰ ਪਤਾ ਤੂੰ ਕਹਾਓ ਨਾ। ਉਹ ਚੁੱਪ ਕਰ ਗਿਆ। ਉਦੋਂ ਬਾਅਦ ਉਹਨੇ ਜਿਹੜਾ ਸੀਗਾ ਜਾ ਕੇ ਡਿਪਟੀ ਸੀਐਮ ਕੋਲ ਸ਼ਿਕਾਇਤ ਕਰਤੀ ਕਿ ਜੀ ਜਿਹੜਾ ਹਰਕੇਸ਼ ਸਿੱਧੂ ਹੈ ਡੀਸੀ ਸੰਗਰੂਰ ਵਾਲਾ ਹੈ, ਇਹ ਗੱਲਾਂ ਬਹੁਤ ਮਾਰਦਾ, ਕੰਮ ਨਹੀਂ ਕਰਦਾ, ਗੱਲਾਂ ਨਾਲ ਹੀ ਢਿੱਡ ਭਰਦਾ। ਤਾਂ ਮੈਂ ਜਦੋਂ ਅਗਲੇ ਦਿਨ ਸੁਖਬੀਰ ਬਾਦਲ ਦਾ ਬਰਥਡੇ ਸੀਗਾ, ਉਹ ਮੈਨੂੰ ਐਕਸਰ ਕਹਿਣ ਲੱਗਾ ਤੁਸੀਂ ਮੁਬਾਰਕ ਦੇਤੀ। ਮੈਂ ਯਾਰ ਮੈਂ ਤੁਹਾਨੂੰ ਤੁਹਾਡਾ ਬਰਥਡੇ ਦਾ ਉਹਦਾ ਪਤਾ, ਨਾ ਉਹਦਾ ਨੰਬਰ ਪਤਾ, ਨੰਬਰ ਵੀ ਮੈਂ ਤਾਂ ਕਦੇ ਨਹੀਂ ਮਿਲਾਇਆ ਸਿੱਧਾ। ਕਹਿੰਦੇ ਮੈਂ ਆਹ ਨੰਬਰ ਪਾ ਦਿਓ, ਜੋ ਮੈਂ ਨੰਬਰ ਮਿਲਾਇਆ ਉਹਨੇ ਚੱਕ ਲਿਆ। ਮੈਂ ਜੀ ਸਤਿ ਸ਼੍ਰੀ ਅਕਾਲ ਜੀ ਮੁਬਾਰਕ, ਅਸੀਂ ਗੱਡੀ ਜਾ ਰਹੇ ਹਾਂ ਮੌਕਾ ਦੇਖਣ। ਕਹਿੰਦਾ ਯਾਰ ਤੂੰ ਕੰਮ ਕਰਦਾ ਨਹੀਂ ਹੈ, ਗੱਲਾਂ ਮਾਰੀ ਜਾਂਦਾ, ਕਾਹਦਾ ਬਰਥਡੇ, ਕਹਿੰਦਾ ਸਾਰਾ ਬਰਥਡੇ ਦਾ ਮੈਂ ਜ਼ਿੰਦਗੀ 'ਚ ਪਹਿਲੀ ਵਾਰੀ ਕਿਸੇ ਨੂੰ ਕੀਤਾ ਸੀ ਵਿਸ਼ ਪੋਲੀਟੀਕਲ ਬੰਦੇ ਨੂੰ। ਚਲੋ ਮੈਂ ਸ਼ਾਮ ਨੂੰ ਆ ਕੇ ਢੀਂਡ ਸਾਹਿਬ ਦੱਸਿਆ, ਮੈਂ ਜੀ ਗੱਲ ਇਸ ਤਰ੍ਹਾਂ ਕਰਕੇ ਹੋ ਗਈ, ਜਰਵੇਜਾ ਸਿੰਘ ਜੋਹਲ ਠੱਗੀ ਮਾਰਨਾ ਚਾਹੁੰਦੀ ਸੀ, ਮੈਂ ਮਾਰਨ ਦਿੱਤੀ ਨਹੀਂ ਤੇ ਉਹ ਤਕਲੀਫ 'ਚ ਹੈ। ਉਹ ਕਹਿੰਦੇ ਯਾਰ ਚੰਗਾ ਐਂ ਕਰਦੇ ਆਪਾਂ ਅਗਲੇ ਦਿਨ ਮੂਨਕ ਦੇ ਹਲਕੇ 'ਚ ਸਾਰੇ ਜਿੱਥੇ ਹੜ੍ਹਾਂ ਦਾ ਏਰੀਆ ਨਾ, ਆਪਾਂ ਦੋਨੇ ਚੱਲਦੇ ਹਾਂ ਜੀ, ਤੈਨੂੰ ਕੋਈ ਤਰੀਕ ਤਾਂ ਨਹੀਂ ਮੰਨਣੀ। ਅਸੀਂ ਜੇ ਉਹਨਾਂ ਹਲਕੇ ਪਿੰਡਾਂ 'ਚ ਗਏ, ਉਹਨਾਂ ਪਿੰਡਾਂ ਜਿੱਥੇ ਲੋਕ ਹੜ੍ਹਾਂ ਦੇ ਮਾਰੇ ਪਏ ਸੀ, ਉਹਨੇ ਕਹਿੰਦੇ ਸਾਡਾ ਨੁਕਸਾਨ ਬਹੁਤ ਹੋ ਗਿਆ, ਲੇਕਿਨ ਡੀਸੀ ਸਾਹਿਬ ਨੇ ਅਸੀਂ ਬਚਾਤੇ ਕਿ ਜੀ ਸਾਨੂੰ ਪਹਿਲੀ ਵਾਰੀ ਓਡੋਮੋਸ ਮਿੱਟੀ ਦਾ ਤੇਲ ਤੇ ਸਪਰੇਅ ਛਿੜਕਣ ਵਾਲੀ ਤੇ ਸਾਨੂੰ ਹੋਰ ਜਿੰਨਾ ਸਾਰਾ ਸਮਾਨ ਸਾਡੇ ਤੇ ਆਉਂਦਾ ਉਹ ਸਾਰਾ ਸਮਾਨ ਭੇਜਤਾ। ਕਿ ਮੈਂ ਸੋਚਿਆ ਕਿ ਜੇ ਇਸ ਘਰ 'ਚ ਮੈਨੂੰ ਰਹਿਣਾ ਪਵੇ ਤਾਂ ਮੈਨੂੰ ਕਿਵੇਂ ਰਹਿਣਾ ਪਵੇ, ਉਹ ਸੋਚ ਕੇ ਦਿੱਤਾ। ਤੇ ਉਹਨਾਂ ਨੇ ਸਾਰੇ ਜਾ ਕੇ ਮੈਨੂੰ ਕਹਿੰਦੇ ਫਿਰ ਗੱਲ ਕੀ ਹੈ। ਮੈਂ ਕਿਹਾ ਜੀ ਗੱਲ ਇਹ ਹੈ, ਜਦੋਂ ਵੀ ਇਹ ਡਰੇਨ ਪੱਟੀ ਜਾਂਦੀ ਹੈਗੀ, ਉਹ ਟੇਲ ਤੋਂ ਹੈਡ ਵੱਲ ਨੂੰ ਜਾਂਦੀ ਹੈ ਜੀ, ਤੇ ਜਦੋਂ ਨਹਿਰ ਨਿਕਲਦੀ ਹੈ ਉਹ ਹੈਡ ਤੋਂ ਟੇਲ ਵੱਲ ਨੂੰ ਜਾਂਦੀ ਹੈ। ਤੇ ਇੱਥੇ ਮੈਂ ਜੀ ਕੀ ਹੋਇਆ, ਕੈਪਟਨ ਕਮਲਜੀਤ ਸਿੰਘ ਪਾਵਰ 'ਚ ਆਇਆ, ਉਹਦੇ ਕੋਲ ਫਰਾਂਸ ਮਹਿਕਮਾ ਸੀ, ਉਹਨੇ ਆਪਣਾ ਡੇਰਾ ਬਸੀ ਵਾਲਾ ਪਾਸਾ ਕਰਦਾ ਜਿਹੜਾ ਸੀਗਾ ਉਹ ਚੌੜਾ ਕਰਵਾ ਲਿਆ। ਫਿਰ ਆ ਗਿਆ ਜਸਜੀਤ ਸਿੰਘ ਰੰਧਾਵੇ ਕੋਲ ਮਹਿਕਮਾ ਇਰੀਗੇਸ਼ਨ ਆ ਗਿਆ, ਉਹਨੇ ਆਪਣਾ ਜਿਹੜਾ ਘਨੌਰ ਦਾ ਮਹਿਕਮਾ ਉਹ ਘਨੌਰ ਵਾਲਾ ਏਰੀਆ ਕਰ ਲਿਆ। ਫਿਰ ਲਾਲ ਸਿੰਘ ਫਰਾਂਸ ਮਿਨਿਸਟਰ ਬਣ ਗਏ, ਉਹਨਾਂ ਨੇ ਕਰ ਲਿਆ ਆਪਣੇ ਵਾਲਾ ਜਿਹੜਾ ਇੱਧਰਲਾ ਕਹਿੰਦੇ ਨੇਗੇ ਅਸਨੌਰ ਵਾਲਾ, ਦੇਵੀਗੜ੍ਹ ਵਾਲਾ। ਉਧਰੋਂ ਪਾਣੀ ਜ਼ਿਆਦਾ ਆਏਗੇ, ਅੱਗੇ ਪੁਲ ਭੀੜੇ ਸੀਗੇ, ਰੇਲਵੇ ਦਾ ਜਾਖਲ ਦਾ ਪੁਲ ਸੀ, ਉੱਥੇ ਡਾਫ ਲੱਗ ਜਾ ਕਰੇ, ਉੱਥੇ ਹੜ ਆ ਜਾ ਕਰੇ। ਮੈਂ ਜੀ ਗੱਲ ਆ ਹੈਗੀ ਹੈ, ਇਹਦੇ 'ਚ ਬੜਾ ਕੁਛ ਹੋ ਗਿਆ, ਬੜੇ ਕਾਲੇ ਮਾਲੇ ਹੋ ਗਏ। ਉਹਨੇ ਜਦੋਂ ਆ ਕੇ ਪ੍ਰੈਸ ਕਾਨਫਰੰਸ ਕਰਨ ਲੱਗੇ, ਢੀਂਡ ਸਾਹਿਬ ਨੇ ਕਿਹਾ
ਤੇ ਉਹ ਕਹਿੰਦੇ ਇਹ ਜਿਹੜਾ ਸਾਇੰਟੀਫਿਕਲੀ ਗਲਤ ਬਣਿਆ ਹੈਗਾ, ਇੱਥੇ ਬੜਾ ਕੁਛ, ਅਸੀਂ ਤਾਂ ਇਹਦੀ ਵਿਜੀਲੈਂਸ ਦੀ ਇਨਕੁਆਇਰੀ ਕਰਾਵਾਂਗੇ। ਉਹ ਬਿਆਨ ਛਪ ਗਏ ਤਾਂ ਸਵੇਰੇ 7 ਵਜੇ ਸੁਖਬੀਰ ਬਾਦਲ ਜੀ ਢੀਂਡਸਾ ਸਾਹਿਬ ਦੀ ਕੋਠੀ ਆ ਗਏ। ਅੱਛਾ, ਉਹ ਕਹਿੰਦਾ ਜਿਹਨਾਂ ਨੇ ਉਹ ਆਪਣੇ ਕਾਕੇ ਦਾ ਨਹੀਂ ਸੀ, ਉਹ ਤਾਂ ਜੀ ਪਟਿਆਲੇ ਵਾਲੇ ਡੀਸੀ ਦਾ ਜਿਹੜਾ ਸੀਗਾ ਉਹ ਗੱਲਾਂ ਮਾਰਦਾ, ਜਦ ਉਹਦੇ ਬਾਰੇ ਸੀ ਤੁਹਾਨੂੰ ਉਹ ਭੁਲੇਖਾ ਹੋ ਗਿਆ, ਆਪਣਾ ਮੁੰਡਾ ਤਾਂ ਬਹੁਤ ਵਧੀਆ ਕੰਮ ਕਰਦਾ। ਉਹਨੂੰ ਜਸਵਿੰਦਰ ਕਹਿਣ ਲੱਗਾ, ਕਹਿੰਦਾ ਜੋ ਆ ਗਏ ਬੰਦੇ ਦੇ ਪੁੱਤ ਬਣ ਗਏ, ਠੀਕ ਹੋ ਗਿਆ ਕੰਮ। ਸੋ ਮੈਨੂੰ ਦੇਖੋ ਜਿਵੇਂ ਕਹਿੰਦੇ ਜਿਵੇਂ ਧੀ ਵਾਸਤੇ ਟੇਕਿਆਂ ਦੇ ਜ਼ੋਰ, ਠੀਕ ਹੈ ਨਾ, ਆਪਾਂ ਨੇ ਡੀਸੀ ਬਣਾ ਕੀਤਾ, ਨੌਕਰੀ ਜਿਹੜੀ ਕੀਤੀ ਆ ਅਣਖਣ ਕੀਤੀ, ਸਚਾਈ ਕੀਤੀ, ਲੇਕਿਨ ਢੀਂਡਸਾ ਸਾਹਿਬ ਦੇ ਸਿਰ ਤੇ ਕੀਤੀ। ਅੱਛਾ, ਮੈਂ ਰਾਬਤਾ ਸੀ ਬੀਬੀ ਭੱਟਣ ਨਾਲ ਸੀ ਰਾਬਤਾ, ਤੇ ਮਾੜੇ ਬੰਦੇ ਨੂੰ ਇਹ ਲੋਕ ਜਿਹੜੇ ਟਿਕਣ ਨਹੀਂ ਦਿੰਦੇ, ਤੇ ਤੁਹਾਨੂੰ ਦਮ ਨਾਲ ਨੌਕਰੀ ਕਰੋਗੇ, ਅਣਖੜਾ ਕਰੋਗੇ ਤੇ ਬਦਲੀ ਹੋਗੀ, ਠੀਕ ਹੈ, ਇਹ ਚੀਜ਼ਾਂ ਹੁੰਦੀਆਂ ਰਹੀਆਂ। ਸਿੱਧੂ ਸਾਹਿਬ ਇਹਦਾ ਮਤਲਬ ਹੈ ਤੁਹਾਡੀਆਂ ਗੱਲਾਂ ਚੋਂ ਇਹ ਲੱਗਿਆ ਕਿ ਕੋਈ ਨਾ ਕੋਈ ਸੁਪਰ ਬਾਸ ਰੱਖਣਾ ਹੀ ਪੈਂਦਾ, ਜਿੱਦਾਂ ਤੁਸੀਂ ਢੀਂਡਸਾ ਸਾਹਿਬ ਰੱਖ ਲਏ। ਗੱਲ ਇਹ ਨਹੀਂ ਕਿ ਕੀ ਤੁਸੀਂ ਇੰਡੀਪੈਂਡੈਂਟ ਐਜ ਏ ਅਫਸਰ, ਐਜ ਏ ਅਫੀਸਰ, ਤੁਸੀਂ ਐਜ ਅ ਡੀਸੀ ਇੰਡੀਪੈਂਡੈਂਟਲੀ ਟਿਕ ਨਹੀਂ ਸਕਦੇ, ਇਹਦਾ ਮਤਲਬ ਨੰਬਰ 1। ਨੰਬਰ 2, ਇਹ ਕੀ ਸਿਰਫ ਤੇ ਸਿਰਫ ਪੋਲੀਟੀਕਲ ਜਿਹੜੀ ਵਿਲ ਆ ਇਹੀ ਤੁਹਾਨੂੰ ਭਜਾਈ ਫਿਰਦੀ ਹੈ? ਤੁਹਾਡੀ ਆਪਣੀ ਖਾਦੀ ਹੋਈ ਸਹੁੰ ਜਾਂ ਤੁਹਾਡੀਆਂ ਆਪਣੀਆਂ ਜ਼ਿੰਮੇਵਾਰੀਆਂ ਜਿਹੜੀਆਂ ਉਹ ਨਹੀਂ ਤੁਹਾਨੂੰ ਜਿਹੜਾ ਨਜ਼ਰ ਆਉਂਦੀਆਂ ਕਿਤੇ ਅਫਸਰਾਂ ਨੂੰ? ਉਹਦੇ ਗੱਲ ਇਹ ਹੋ ਗਈ ਕਿ ਜਿਹੜੇ ਸੀ ਨਾ ਪਹਿਲਾਂ ਲੋਕ ਅਫਸਰਸ਼ਾਹੀ ਅੜਦੀ ਸੀਗੀ, ਹੋਰ ਕਰਦੀ ਸੀਗੀ, ਉਹ ਜਿਹੜੇ ਅੜਦੀ ਦੀ ਬਦਲੀ ਕਰਤੀ, ਸਾਈਡ ਤੇ ਲਾਤਾ। ਫਿਰ ਜਦੋਂ ਬਾਦਲ ਸਾਹਿਬ ਆਏ ਨਾ, ਇਹਨਾਂ ਨੇ ਇੱਕ ਉਹਦਾ ਨਾਮ ਕਰਤਾ ਬਾਦਲਾਈਜੇਸ਼ਨ ਆਫ ਸਿਵਲ ਸਰਵਿਸ, ਬਾਦਲਾਈਜੇਸ਼ਨ। ਅੱਛਾ, ਕਿ ਜਿਹੜਾ ਬੰਦਾ 10 ਸਾਲ ਨੌਕਰੀ ਕੀਤੀ, ਜਿਹੜਾ ਅੱਜ ਭਰਤੀ ਹੋਇਆ ਇਹਨਾਂ ਦੇ ਸਮੇਂ 'ਚ ਡੀਸੀ ਲੱਗ ਜੂਗਾ, ਹੋਰ ਲੱਗ ਜੂਗਾ, ਆਈਐਸ ਆਇਆ। ਇਹਨਾਂ ਨਵੇਂ ਜਿਹੜੇ ਚੂਚੇ ਆਈਏਐਸ ਆਈਪੀਐਸ ਆਉਂਦੇ ਸੀਗੇ, ਮੈਂ ਚੂਚੇ ਸ਼ਬਦ ਹੀ ਵਰਤੂਗਾ, ਉਹਨਾਂ ਨੂੰ ਇਹਨਾਂ ਨੇ ਮਲੋਟ ਲਾ ਲੈਣਾ, ਪਹਿਲਾਂ ਅੰਡਰਟੇਨਿੰਗ, ਫਿਰ ਮਲੋਟ ਐਸਡੀਐਮ ਲਗਾ ਲੈਣਾ, ਫਿਰ ਉਹਨਾਂ ਨੂੰ ਉੱਥੇ ਆਪਣੇ ਮੁਕਤਸਰ ਦੇ ਏਡੀਸੀ ਲਾ ਲੈਣਾ, ਉੱਥੇ ਡੀਸੀ ਲਾ ਲੈਣਾ, ਉੱਥੋਂ ਉਹਦੀ ਟਰਾਈ ਜੀ ਕਰਕੇ ਫਿਰ ਉਹਨੂੰ ਬਠਿੰਡੇ ਭੇਜ ਦੇਣਾ, ਲੁਧਿਆਣੇ ਭੇਜ ਦੇਣਾ। ਉਹਦਾ ਨਾ ਬਾਦਲ, ਉਹ ਜਿਹੜੇ ਬੰਦੇ ਆਏ ਉਹ IIT ਵਾਲੇ ਕੰਪਿਊਟੇਸ਼ਨ ਵਾਲੇ ਆਏ, ਉਹਨਾਂ ਦਾ ਕੋਈ ਉਹਦਾ ਸੋਸ਼ਲ ਸਾਇੰਸ ਦਾ ਬੈਕਗਰਾਉਂਡ ਸੀ। ਉਹਨਾਂ ਨੇ ਸੋਚਿਆ ਕਿ ਬਈ ਆਪਾਂ ਇਹ ਪੋਲੀਟੀਕਲ ਬੰਦੇ ਨੇ, ਇਹ ਮਾਸਟਰ ਨੇ, ਬਜਾਏ ਝਗੜਾ ਕਰਦੇ ਹੋਰ ਕਹਿੰਦੇ ਆਪਾਂ ਸੌਖਾ ਲੱਡੂ ਚੂਰੀ ਆਪਾਂ ਖਾਈ ਜਾਓ, ਇਹ ਜੋ ਕਰਦੇ ਨੇ ਕਰੀ ਜਾਣ ਤੋਂ। ਉਹ ਫਿਰ ਮੇਰੇ ਸਾਹਮਣੇ ਇੱਕ ਕਪਲ ਆਇਆ, ਮੇਰੇ ਕੋਲ ਮਲੇਰਕੋਟਲੇ ਸੀ ਅਸੀਂ, ਤਾਂ ਸੁਖਬੀਰ ਨੇ ਪੁੱਛਿਆ ਕਿ ਤੁਸੀਂ ਕਿੱਥੇ ਹੋ? ਉਹਨੇ ਕਿਹਾ ਜੀ ਅਸੀਂ ਤਾਂ ਆਏ ਤਾਂ ਅਸੀਂ ਮਹਾਰਾਸ਼ਟਰ ਦੇ ਹਾਂ, ਕਿ ਦੋਨੇ ਮੀਆਂ ਬੀਬੀਆਂ, ਤੇ ਕਹਿੰਦਾ ਕਹਾਂ ਕਹੀਂ ਲਗਾ ਦੋ, ਕਹਿੰਦੇ ਕहीं लगा दो जी। कहना भी थोड़ा तो हमारी थोड़ी सिफारिश पूछ होती है, थोड़ा को कम करना पड़ता है थोड़ा वो। कहना वो तो सर मैं कानून के साथ ही करूँगा। ਉਹ ਬੰਦੇ ਨੇ ਦਮ ਕਾਨੂੰਨ ਦੇ ਸਾਥ ਹੀ ਕਰੂੰਗਾ, ਲੇਕਿਨ 6 ਮਹੀਨੇ ਬਾਅਦ ਉਹਨੂੰ ਕਿਸੇ ਨੇ ਸਮਝਾਇਆ, ਉਹ ਫਿਰ ਦੋਏ ਮੀਆਂ ਵੀ ਉੱਥੇ ਲੱਗ ਗਏ, ਉਹ ਕਾਨੂੰਨ ਛੱਡ ਕੇ ਉਹਦੇ ਮੁਤਾਬਕ ਚੱਲ ਪਿਆ। ਤੇ ਸੋ ਇਸ ਕਰਕੇ ਜਿਹੜੇ ਨਾ ਉਹਨਾਂ ਨੂੰ ਬਿਊਰੋਕ੍ਰੇਸੀ ਜਿਹੜੀ ਸੀ 10 ਸਾਲਾਂ 'ਚ, ਉਹ ਬੰਦੇ ਜਿਹੜੇ ਸੀ 6-6 7-7 ਸਾਲ 8-8 ਸਾਲ ਡੀਸੀ ਰਹਿ ਗਏ। ਨਹੀਂ, ਡੀਸੀ ਦਾ ਟਰਨਓਵਰ ਜਿਹੜਾ ਕੁੱਲ ਮਿਲਾ ਕੇ 2-3-4 ਸਾਲਾਂ ਤੋਂ ਵੱਧ ਨਹੀਂ ਹੁੰਦਾ। ਜਿਹੜੇ ਬਾਦਲ ਦੇ ਗਵਰਨਮੈਂਟ 'ਚ ਇਹਨਾਂ ਦੇ ਚਹੇਤੇ ਬਣ ਗਏ, 9-9 ਸਾਲ ਡੀਸੀ ਰਹਿ ਗਏ। ਤੁਸੀਂ ਅੱਛਾ ਤੇ ਅੱਛਾ, ਫਿਰ ਉਹ ਜਿਹੜਾ ਕਹਿੰਦਾ ਮੈਂ 9 ਸਾਲ ਡੀਸੀ ਰਹਿ ਗਿਆ, ਉਹ ਮੇਰੇ ਸਾਹਮਣੇ ਆ ਕੇ ਕਹਿੰਦੇ ਕਿ ਮੈਂ ਕਿਹਨੂੰ ਸਾਫ ਦਵਾਤਾ, ਮੈਂ ਕੀ ਡਿਵੈਲਪਮੈਂਟ ਕਰਤੀ, ਕਿ ਮੈਂ ਆਪ ਮਾਰਕੀਦਾਰ ਕੰਮ ਕਰਤਾ, ਫਿਰ ਤਾਂ ਮੈਂ ਮੰਨ ਲੂਗਾ, ਠੀਕ ਹੈ ਨਾ। ਤੇ ਜੇ ਉਹਨੇ ਕਰਨਾ ਹੀ ਕੁਛ ਨਹੀਂ, ਉਹਦਾ ਜਿੰਨੇ ਚਿਰ ਮਰਜ਼ੀ ਰਹੀ ਜਾਵੇ। ਵਾਹ ਬਈ ਸਰ, ਕਿ ਡੀਸੀ ਨੂੰ ਭਾਈ ਚੂਰੀ ਖਾ ਲੈ, ਦੁੱਧ ਪੀ ਲੈ, ਤੇ ਜਿਹੜਾ ਵੱਡਾ ਕੰਮ ਹੋ ਸੀ ਕਹਿੰਦੇ ਛੋਟੇ ਮੋਟੇ ਤੂੰ ਆਪਣਾ ਲੈਣਾ ਦੇਣਾ ਆਪਣਾ ਤੂੰ ਵਿੱਚ ਕਰੀ ਜਾ। ਜੀ ਪੋਲੀਟੀਕਲ ਬੰਦਿਆਂ ਨੂੰ ਕਰਪਟ ਬੰਦਾ ਜਿਹੜਾ ਅਫਸਰ ਹੈ ਉਹ ਮਾਫ ਹੈ, ਉਹ ਕਹਿਣਗੇ ਜੋ ਬੰਦਾ ਚੰਗਾ ਪਰ ਸਾਨੂੰ ਮਾਫ ਕਰ। ਮੇਰੀ ਬਦਲੀ ਵਾਸਤੇ ਫਿਰ ਮੈਨੂੰ ਲੇਬਰ ਕਮਿਸ਼ਨਰ ਲਗਾਤਾ। ਜਦੋਂ ਲੇਬਰ ਕਮਿਸ਼ਨ ਲਗਾਤਾ, ਮੈਨੂੰ ਕਹਿਣ ਲੱਗੇ ਭਾਜੀ, ਕਹਿੰਦੇ ਕਿਵੇਂ ਮੰਤਰੀ? ਭਾਜੀ ਠੀਕ ਹੈ। ਤੇ ਆਪਣਾ ਉਹ ਮੰਤਰੀ ਦੇ 600 ਹੁਣ ਤਾਂ 1000-1200 ਕਰੋੜ, ਉਹ 400 ਕਰੋੜ ਰੁਪਇਆ ਸੀਗਾ ਉਹਦਾ ਲੇਬਰ ਸੈਸ ਦਾ, ਜਿਹੜੇ ਉਹ ਬਣ ਰਹੇ ਸੀ। ਉਹ ਕਹਿੰਦੇ ਐਂ ਕਰ ਦੋ, ਮੈਂ ਜੀ ਗਵਰਨਮੈਂਟ ਆਫ ਇੰਡੀਆ ਐਕਟ ਦੇ ਮੁਤਾਬਕ ਬਣਦਾ, ਉਸ ਤਰੀਕੇ ਨਾਲ ਕਰ ਦਾਂਗੇ, ਲੇਕਿਨ ਐ ਨਹੀਂ ਮੈਨੂੰ ਖਜ਼ਾਨਾ ਚੱਕ ਕੇ ਲੈ, ਹੋਰ ਕੋਈ 400 ਕਰੋੜ ਰੁਪਇਆ ਹੋਰ ਕਿਸੇ ਨਾਲ ਕੋਲ ਹੈ ਹੀ ਨਹੀਂ ਸੀਗਾ, ਤੇ ਸਿੱਧਾ ਉਹ ਬਣ ਰਿਹਾ ਸੀਗਾ। ਤਾਂ ਉਹਨੇ ਫਿਰ ਜਦੋਂ ਗਿਆ ਉਹ ਸੀਐਮ ਸਾਹਿਬ ਦੀ ਕੋਠੀ, ਬਾਦਲ ਸਾਹਿਬ ਦੀ, ਉਹ ਕਹਿੰਦੇ ਜੀ ਮੇਰੇ ਕਮਿਸ਼ਨ ਤਾਂ ਬੜਾ ਚੰਗਾ ਜੀ, ਬਹੁਤ ਅੱਛਾ ਹੈ, ਲੇਕਿਨ ਜੀ ਉਹਨੂੰ ਕਿਸੇ ਔਰ ਵੱਡੇ ਮਹਿਕਮੇ ਲਗਾ ਦਿਓ, ਮੇਰੇ ਫਲਾਣੇ ਕੋਲ ਲਗਾ। ਤੇ ਚਲੋ ਉਹ ਕਹਿੰਦੇ ਭਾਈ ਢੀਂਡਸਾ ਨਾਲ ਗੱਲ ਕਰਦਾ। ਉਹਨੇ ਫਿਰ ਉੱਥੇ ਦੇ ਪੀਏ ਨੂੰ ਕਿਹਾ ਵੀ ਜਦੋਂ ਢੀਂਡਸਾ ਸਾਹਿਬ ਬਾਦਲ ਸਾਹਿਬ ਦੀ ਕੋਠੀ ਉਹਨੂੰ ਮੈਂ ਦੱਸਦੀ, ਮੈਂ ਉਹਦੀ ਆਊਂਗਾ। ਉਹਨੂੰ ਪਤਾ ਲੱਗਿਆ, ਉਹਨੇ ਜਾ ਕੇ ਜਦੋਂ ਦੋਏ ਸਾਹਮਣੇ ਬੈਠੇ ਸੀਗੇ, ਉਹਨਾਂ ਨੇ ਕਿਹਾ ਜੀ ਢੀਂਡਸਾ ਸਾਹਿਬ ਆਉਂਦਾ ਹੈ। ਕਹਿੰਦਾ ਉਹ ਜਦੋਂ ਕਿਹਾ ਵੀ ਮੀਟਿੰਗ ਮੁੱਕੀ, ਕਹਿੰਦਾ ਹਾਂ ਅੰਦਰ ਜਾ ਕੇ ਧੁੱਸ ਕੇ ਉਹ ਕਹਿੰਦੇ ਜੀ ਦੋਏ ਬੱਚੋ ਜੀ ਮੇਰੀ ਕਪੀਰ ਤੇਰੀ, ਉਹ ਬੜਾ ਚੰਗਾ ਵਾਲੇ ਮੈਨੂੰ ਵੱਡੇ ਅਫਸਰ ਲਾ ਜੀ, ਮੈਨੂੰ ਤਾਂ ਛੋਟਾ ਜਿਹਾ ਮਹਿਕਮਾ ਜੀ, ਮੈਨੂੰ ਇੱਥੇ ਆਪਣਾ ਕੋਈ ਬੰਦਾ ਚਲਾਉਣ ਮੇਰੇ ਮੁਤਾਬਕ। ਤੇ ਦੋਵਾਂ ਦੇ ਪੈਰ ਫੜ ਲਏ, ਇੱਕ ਉਹਦਾ ਫਿਰ ਕਹਿੰਦਾ ਜੀ ਮੈਂ ਤਾਂ ਛੱਡੂਗਾ ਜੀ, ਮੈਂ ਪੈਰ ਫੜ ਲਈ, ਮੇਰਾ ਛੱਡੂ। ਮੈਨੂੰ ਕਹਿੰਦੇ ਭਾਈ ਮਾਚੂ ਬਦਲ, ਮੈਨੂੰ ਫਿਰ ਉਧਰ ਚੱਕ ਕੇ ਲਾਤਾ ਆਪਣੇ ਚ, ਕੀ ਕਹਿੰਦੇ ਨੇ ਫਿਰ ਉਹ ਮੈਨੂੰ ਲੇਬਰ ਉਹਦਾ ਸਪੈਸ਼ਲ ਸੈਕਟਰੀ ਰੱਖਤਾ, ਲੇਬਰ ਕਮਿਸ਼ਨ ਤੋਂ ਮਤਲਬ ਚਾਰਜ ਲੈ ਲਿਆ ਜਿਹੜਾ ਸੀ।
ਸੋ ਇਹ ਚੀਜ਼ਾਂ ਹੋਣੀਆਂ ਮੇਰੇ ਨਾਲ ਸੀ ਅੱਛਾ ਤੇ ਨਹੀਂ ਤਾਂ ਮੈਨੂੰ ਕਮਿਸ਼ਨਰ ਮੈਂਬਰ ਸ਼ੈਂਬਰ ਹੋਰ ਚੀਜ਼ਾਂ ਲਾ ਦਿੰਦੇ, ਲੇਕਿਨ ਮੈਂ ਇਹ ਸੀਗਾ ਕਿ ਮੈਂ ਇੱਕ ਹੱਦ ਤੱਕ ਸਮਝੌਤਾ ਕਰਨਾ, ਅਣਖ ਤੋਂ ਉਸ ਤੋਂ ਡਿੱਗ ਕੇ ਲੈਣਾ, ਕੋਈ ਕਿਸੇ ਦੇ ਮਗਰ ਭੱਜ ਕੇ ਲੈਣਾ। ਠੀਕ ਆ, ਮੇਰੇ ਫਾਦਰ ਸਮਾਨ ਨੇ, ਅੱਜ ਵੀ ਕਿਤੇ ਮੈਨੂੰ ਮਿਲ ਜਾਣ ਮੈਂ ਗੋਡੇ ਹੱਥ ਲਾਊਂ, ਮੇਰੇ ਰਿਸ਼ਤੇਦਾਰ ਵੀ ਨੇ ਤੇ ਮੈਂ ਉਹਦਾ ਸਤਿਕਾਰ ਕਰਦਾ ਰਹੂੰਗਾ। ਐਂਡ ਹੀ ਇਜ਼ ਅ ਵੈਰੀ ਡੀਸੈਂਟ ਮੈਨ, ਐਜ਼ ਅ ਮੈਨ ਵੀ, ਐਜ਼ ਅ ਪੋਲੀਟੀਸ਼ੀਅਨ ਜੀ, ਇਹ 'ਚ ਕੋਈ ਦੋ ਰਾਹ ਨਹੀਂ। ਅੱਛਾ ਸਿੱਧੂ ਸਾਹਿਬ, ਅਸੀਂ ਦੇਖੋ ਤੁਹਾਡੇ ਨਾਲ ਹੋਰ ਗੱਲਾਂ ਕਰਨੀਆਂ, ਸਿਆਸਤ ਦੀਆਂ ਵੀ ਗੱਲਾਂ ਕਰਨੀਆਂ, ਲੇਕਿਨ ਇਹ ਕਾਫੀ ਲੰਬਾ ਸਮਾਂ ਹੋ ਗਿਆ।